ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਰ ਨਿਕਾਰਤ ਕੋ ਤਜਿਓ। ਇਮ ਕਹਿ ਚੱਲ ਆਇਓ। ਵੱਡੀ ਦੁਸ਼ਟਤਾ ਈਸੁਰ ਦੇ। ਹਿਤ ਨਹਿ ਚਿਤ ਲਿਆਇਓ। ਗਾਰ ਨਿਕਾਰਤ ਕੋ ਤਜਿਓ। ਇਮ ਕਹਿ ਚੱਲ ਆਇਓ। ਵੱਡੀ ਦੁਸ਼ਟਤਾ ਈਸੁਰ ਦੇ। ਹਿਤ ਨਹਿ ਚਿਤ ਲਿਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਚਲ ਚੌਰ ਛਤਰ ਤਖਤ ਦੇ ਮਾਲਕ, ਦੀਨਾ ਬੰਧੂ ਭਗਤ ਵਛਲ ਗੁਰੂ ਗਰੀਬ ਨਵਾਜ, ਹਾਜ਼ਰਾ ਹਜੂਰ ਜਹਰਾ ਜਹੂਰ, ਭਗਤ ਵਛਲ 10 ਪਾਤਸ਼ਾਹੀਓਂ ਜੀ ਦੇ ਪਾਵਨ ਪਵਿੱਤਰ ਸਰੂਪ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਗਰੀਬ ਨਵਾਜ ਜੀਆਂ ਦੀ ਬਹੁਤ ਕਿਰਪਾ ਮੇਰਾਮਤ ਹੋ ਰਹੀ ਹੈ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਲੜੀਵਾਰ ਰੂਪ ਅੰਦਰ ਆਪਾਂ ਨੂੰ ਨਿਤਾ ਪ੍ਰਤੀ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਸਾਧ ਸੰਗਤ ਜੀ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤਾ। ਪ੍ਰਿਥੀ ਚੰਦ ਜਿਸ ਨੇ ਇਹ ਹਿਰਦੇ ਵਿੱਚ ਦੁਰਮੱਤ ਧਾਰ ਲਈ ਹੈ ਕਿ ਮੈਂ ਬਾਦਸ਼ਾਹ ਜਹਾਂਗੀਰ ਦੇ ਪਾਸ ਪੁਕਾਰੂ ਬਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਪਰਿਵਾਰ ਸਮੇਤ ਸਜ਼ਾ ਦਿਵਾਉਣੀ ਹੈ, ਵੀ ਅਕਾਰਨ ਈਰਖਾ ਕਰਦਾ ਹੋਇਆ ਪ੍ਰਿਥੀ ਚੰਦ ਨੇ ਇਹ ਕੋਝਾ ਰਸਤਾ ਪੈੜਾ ਰਸਤਾ ਪਕੜਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਕੇ ਦਾਤੇ ਸਤਿਗੁਰਾਂ ਨੇ ਆਪਣੇ ਰਿਸ਼ਤੇ ਵਿੱਚ ਲੱਗਦੇ ਮਾਮਾ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੂੰ ਭਾਈ ਪ੍ਰਿਥੀ ਚੰਦ ਜੀ ਦੇ ਪਿੱਛੇ ਭੇਜਿਆ, ਤਾਂ ਕਿ ਪ੍ਰਿਥੀ ਚੰਦ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਸ਼ਾਇਦ ਗੱਲ ਮੰਨ ਜਾਵੇ ਤੇ ਐਵੇਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਆਡੇ ਲਾ ਰਿਹਾ ਬਦਨਾਮੀ ਚੋਂ ਬਚ ਜਾਵੇਗਾ। ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ। ਸੱਚੇ ਪਾਤਸ਼ਾਹ ਜੀ ਪ੍ਰਿਥੀ ਚੰਦ ਦੇ ਅੰਦਰ ਵੈਰ ਭਾਵਨਾ ਰੱਖਣ ਦੇ ਬਾਵਜੂਦ ਵੀ ਹਜ਼ੂਰ ਇਹਦਾ ਭਲਾ ਲੋਚਦੇ ਹੈ। ਮਹਾਰਾਜ ਦਾ ਹੁਕਮ ਮੰਨ ਕੇ ਭਾਈ ਗੁਰਦਾਸ ਜੀ ਗਏ ਵੀ ਪ੍ਰਿਥੀ ਚੰਦ ਨੂੰ ਮਿਲੇ, ਸਮਝਾਉਣਾ ਕੀਤਾ, ਬਹੁਤ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਪਰ ਪ੍ਰਿਥੀ ਚੰਦ ਨੇ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੀ ਇੱਕ ਨਾ ਮੰਨੀ। ਉਲਟਾ ਭਾਈ ਸਾਹਿਬ ਜੀ ਤੇ ਤੋਹਮਤ ਲਾਉਣ ਲੱਗਿਆ ਵੀ ਤੁਸੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪੱਖ ਕਰਦੇ ਹੋ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਵਰਗੇ ਉਸੇ ਤਰ੍ਹਾਂ ਹੀ ਆਪ ਜੀ ਵੀ। ਤੁਹਾਨੂੰ ਚਾਹੀਦਾ ਕਿ ਮੈਂ ਵੱਡਾ ਹਾਂ ਰਿਸ਼ਤੇ ਵਿੱਚ, ਮੇਰਾ ਪੱਖ ਕਰੋ, ਔਰ ਪਿਤਾ ਦੀ ਵਸਤੂ ਵੱਡੇ ਨੂੰ ਮਿਲਦੀ ਹੈ, ਇਹੋ ਜਿਹੀ ਕੋਈ ਸਿਆਣੀ ਗੱਲ ਤੁਸੀਂ ਕਰੋ। ਪਰ ਆਪ ਜੀ ਤਾਂ ਰਿਸ਼ਤੇ ਵਿੱਚ ਭਾਵੇਂ ਮਾਮਾ ਲੱਗਦੇ ਹੋ, ਪਰ ਇਹ ਠੀਕ ਨਹੀਂ ਕਰ ਰਹੇ, ਮੇਰੇ ਦੁਸ਼ਮਣ ਦਾ ਪੱਖ ਕਰਦੇ ਹੋ। ਧੰਨ ਭਾਈ ਗੁਰਦਾਸ ਜੀਆਂ ਨੇ ਫਿਰ ਆਖਿਆ ਕਿ ਜਿਸ ਨੂੰ ਤੂੰ ਆਪਣਾ ਦੁਸ਼ਮਣ ਜਾਣਦਾ ਨਾ ਪ੍ਰਿਥੀ ਚੰਦ,
ਉਹ ਸਾਰੇ ਸੰਸਾਰ ਦੇ ਮਾਲਕ ਦਾਤੇ ਸੁਆਮੀ ਪਾਤਸ਼ਾਹ ਹਨ। ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪਵਿੱਤਰ ਤਖਤ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀਆਂ ਹੱਥੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬਖਸ਼ਿਸ਼ ਕੀਤਾ ਸੀ। ਤੁਸੀਂ ਉਸ ਸਮੇਂ ਵੀ ਕੋਲ ਸੀ। ਸਭ ਸਿੱਖ ਜਾਗਦੇ ਜਿਉਂਦੇ ਜਾਣਦੇ ਹੈ। ਇਸ ਲਈ ਮਨ ਵਿੱਚ ਈਰਖਾ ਤਿਆਗ ਕੇ ਤੇ ਆਪਣੇ ਭਰਾਤਾ ਔਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਨਾਲ ਮਿਲ ਰਹੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਸੋਭਾ ਸੁਣ ਕੇ ਪ੍ਰਿਥੀ ਚੰਦ ਬਹੁਤ ਸੜਿਆ ਬਲਿਆ ਤੇ ਬਹੁਤ ਭੱਦੀ ਸ਼ਬਦਾਵਲੀ ਵਰਤੀ। ਭਾਈ ਸਾਹਿਬ ਜੀਆਂ ਨੂੰ ਬੁਰੇ ਚੰਗੇ ਬਚਨ ਬੋਲੇ। ਭਾਈ ਗੁਰਦਾਸ ਜੀ ਜਾਣ ਗਏ ਵੀ ਇਹ ਤਾਂ ਪ੍ਰਿਥੀ ਚੰਦ ਤਾਂ ਪੱਥਰ ਹੈ। ਪੱਥਰ ਨੂੰ 1000 ਵਰੇ ਪਾਣੀ ਵਿੱਚ ਭਿਉਂ ਛੱਡੋ, ਆਪਦੀ ਕਠੋਰਤਾ ਨਹੀਂ ਛੱਡਦਾ। ਉਸੇ ਤਰ੍ਹਾਂ ਇਹ ਪ੍ਰਿਥੀ ਚੰਦ ਦਾ ਹਾਲ ਹੈ ਵੀ ਇਹ ਪ੍ਰਿਥੀ ਚੰਦ ਟੇਢਪੁਣਾ ਛੱਡੇਗਾ ਨਹੀਂ, ਖੁਟਿਆਈ ਛੱਡੇਗਾ ਨਹੀਂ। ਭਾਈ ਗੁਰਦਾਸ ਜੀਆਂ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਲਈ ਤੇ ਹੁਣ ਜਾਂਦੇ ਜਾਂਦੇ ਫਿਰ ਪ੍ਰਿਥੀ ਚੰਦ ਜਦੋਂ ਗਾਲਾਂ ਜੀਆਂ ਕੱਢਦਾ ਤੇ ਇੱਕ ਗੱਲ ਕਹਿ ਗਏ ਵੀ ਤੁਹਾਡੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਹੁਤ ਸੋਹਣਾ ਕਰਕੇ ਗਏ, ਕਿਉਂਕਿ ਉਹ ਸਭ ਕੁਝ ਜਾਣਦੇ ਸੀ ਪ੍ਰਿਥੀ ਚੰਦ ਵੀ ਤੂੰ ਕਿਹੋ ਜਿਹਾ। ਅਸੀਂ ਤਾਂ ਜ਼ਰੂਰ ਪਹਿਲਾਂ ਤੇਰਾ ਪੱਖ ਕਰਦੇ ਸੀ, ਪਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬੜਾ ਚੰਗਾ ਕੀਤਾ ਜਿਹੜਾ ਤੈਨੂੰ ਕੱਖ ਨਹੀਂ ਦਿੱਤਾ। ਤਖਤ ਵੀ ਸੰਗਤ ਵੀ ਸਭ ਕੁਝ ਯੋਗ ਜਾਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਜਿਹੋ ਜਿਹਾ ਤੂੰ ਹੈ ਸੀ ਉਹੋ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਤੇਰੇ ਨਾਲ ਕਰਨੀ ਕੀਤੀ ਹੈ। ਅੱਜ ਸਮਝ ਆਈ ਮੈਨੂੰ ਸਾਰੀ ਗੱਲ। ਇਹੋ ਜਿਹੀ ਗੱਲ ਭਾਈ ਗੁਰਦਾਸ ਜੀ ਕਹਿ ਕੇ ਤੇ ਖੜੇ ਹੋ ਕੇ ਤੁਰ ਪਏ ਸਨ। ਇਹ ਪ੍ਰਸੰਗ ਆਪਾਂ ਕੱਲ ਸੁਣਿਆ ਵਿਚਾਰਿਆ। ਅੱਗੇ ਸਾਧ ਸੰਗਤ ਜੀ ਜਿਵੇਂ ਭਾਈ ਗੁਰਦਾਸ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਪਹੁੰਚੇ ਤੇ ਸਾਰੀ ਗੱਲ ਸੁਣਾਈ। ਪ੍ਰਿਥੀ ਚੰਦ ਦਾ ਸਭ ਹਾਲ, ਉਹਦੀ ਗੱਲਾਂ ਦਸੀਆਂ। ਪ੍ਰਿਥੀ ਚੰਦ ਦੀ ਖੁਟਿਆਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਦੱਸੀ ਬਾਬਾ ਗੁਰਦਾਸ ਜੀਆਂ ਨੇ। ਔਰ ਇੱਕ ਪੌੜੀ ਲਿਖ ਕੇ 36ਵੀਂ ਵਾਰ ਜਿਹੜੀ ਆ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਉਹ 36ਵੀਂ ਵਾਰ ਪ੍ਰਿਥੀ ਚੰਦ ਦੇ ਪ੍ਰਥਾਇਓ ਮੀਣਿਆਂ ਤੇ ਲਿਖੀ ਹੋਈ ਹੈ ਭਾਈ ਗੁਰਦਾਸ ਜੀਆਂ ਦੀ ਬਾਣੀ ਵਿੱਚ, ਉਹਨਾਂ ਦੀਆਂ ਵਾਰਾਂ ਵਿੱਚ। ਉਹ ਵਾਰ ਲਿਖ ਕੇ ਭਾਈ ਗੁਰਦਾਸ ਜੀਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਵੀ ਸੁਣਾਈ ਤੇ ਪ੍ਰਿਥੀ ਚੰਦ ਨੂੰ ਤਾਂ ਸੁਣਾ ਹੀ ਆਏ ਸੀ ਜਾਂਦੇ ਜਾਂਦੇ। ਉਹ ਪ੍ਰਸੰਗ ਜਾਵੇਗਾ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ। ਸਭ ਸੰਗਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਾਰ ਨਿਕਾਰਤ ਕੋ ਤਜਿਓ। ਇਸ ਤਰ੍ਹਾਂ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਅਗਲਾ ਪ੍ਰਸੰਗ ਤੋਰਦੇ ਦੱਸਦੇ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੂੰ ਬਹੁਤ ਮੰਦਾ ਚੰਗਾ ਬੋਲਣ ਲੱਗਿਆ ਪ੍ਰਿਥੀ ਚੰਦ। ਜਦੋਂ ਭਾਈ ਗੁਰਦਾਸ ਜੀਆਂ ਨੂੰ ਖਰੀ ਸੁਣਾ ਜੂ ਦਿੱਤੀ ਵੀ ਜਿਹੋ ਜਿਹਾ ਪ੍ਰਿਥੀ ਚੰਦ ਤੇਰਾ ਮੂੰਹ ਸੀ, ਤੂੰ ਹੈ ਸੀ ਉਹੋ ਜਿਹੀ ਚਪੇੜ ਗੁਰੂ ਰਾਮਦਾਸ ਮਹਾਰਾਜ ਨੇ ਮਾਰੀ ਹੈ। ਤੂੰ ਵਾਕਿਆ ਹੀ ਖੋਟਾ ਸੀ। ਗੁਰਿਆਈ ਤੇ ਬਹਿ ਕੇ ਵੀ ਆਈ ਕੁਝ ਕਰਨਾ ਸੀ, ਚੜਾਉਣ ਕੱਢਦਾ, ਗਾਲਾਂ ਕੱਢਦਾ। ਕਿਸੇ ਵੱਡੇ ਛੋਟੇ ਦੀ ਕੋਈ ਲਿਹਾਜ਼ ਨਹੀਂ ਤੈਨੂੰ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਚੰਗਾ ਕੀਤਾ ਜੋ ਕੀਤਾ ਤੇਰੇ ਨਾਲ, ਇਹੀ ਕੁਝ ਹੋਣਾ ਚਾਹੀਦਾ ਸੀ। ਇਸ ਤਰ੍ਹਾਂ ਦੇ ਬਚਨ ਕੀਤੇ ਤੇ ਪ੍ਰਿਥੀ ਚੰਦ ਉੱਚੀ ਉੱਚੀ ਭਾਈ ਗੁਰਦਾਸ ਜੀਆਂ ਨੂੰ ਭਾਵੇਂ ਰਿਸ਼ਤੇ ਵਿੱਚ ਮਾਮਾ ਲੱਗਦੇ ਆ ਗਾਲਾਂ ਕੱਢਣ ਲੱਗਿਆ। ਭਾਈ ਗੁਰਦਾਸ ਜੀਆਂ ਗਾਲਾਂ ਕੱਢਦੇ ਹੋਏ ਪ੍ਰਿਥੀ ਚੰਦ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ, ਭਾਵ ਉੱਠ ਕੇ ਤੁਰ ਪਏ ਹਨ। ਇਮ ਕਹਿ ਚੱਲ ਆਇਓ। ਤੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਭਾਈ ਗੁਰਦਾਸ ਜੀ ਪ੍ਰਿਥੀ ਚੰਦ ਨੂੰ ਤੁਰ ਪਏ ਹਨ। ਵੱਡੀ ਦੁਸ਼ਟਤਾ ਇਸ ਹਿਰਦੇ। ਤੇ ਜਾਣਿਆ ਵੀ ਜਿਹੜਾ ਪ੍ਰਿਥੀ ਚੰਦ ਹੈ ਇਹਦੇ ਹਿਰਦੇ ਵਿੱਚ ਵੱਡੀ ਦੁਸ਼ਟਤਾਈ ਹੈ, ਬੜਾ ਭੈੜਾ ਖੋਟਾ ਤੇ ਮਨ ਦਾ ਪਾਪੀ ਹੈ। ਹਿਤ ਨਹਿ ਚਿਤ ਲਿਆਇਓ। ਤੇ ਕਦੇ ਥੋੜੇ ਮਾਤਰ ਵੀ ਜਿਹੜਾ ਹਿਤ ਪ੍ਰੇਮ ਹੈ, ਭਲਾ ਹੈ ਜਾਂ ਭਲੇ ਦੀ ਗੱਲ ਜਿਹੜੀ ਮੈਂ ਕੀਤੀ ਹੈ,
ਪ੍ਰਿਥੀ ਚੰਦ ਨੇ ਆਪਦੇ ਮਾਸਾ ਮਾਤਰ ਵੀ ਮਨ ਵਿੱਚ ਨਹੀਂ ਲਿਆਂਦੀ ਹੈ। ਹੋਏ ਤਿਆਰ ਮਾਰਗ ਪਰਿਓ। ਤੇ ਤਿਆਰ ਹੋ ਕੇ ਨਾ ਭਾਈ ਗੁਰਦਾਸ ਜੀ ਵੀ ਤਿਆਰ ਹੋ ਕਰਕੇ ਤੇ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਤੁਰ ਪਏ ਆ। ਪ੍ਰਿਥੀ ਚੰਦ ਨੂੰ ਉੱਥੇ ਹੇਰੀ ਛੱਡ ਦਿੱਤਾ ਕਿਉਂਕਿ ਨਾਲ ਨਹੀਂ ਆਇਆ, ਉਲਟਾ ਗਾਲਾਂ ਕੱਢਦਾ। ਤੇ ਭਾਈ ਗੁਰਦਾਸ ਜੀਆਂ ਜਾਣਿਆ ਵੀ ਇਹਦੇ ਕਰਮਾਂ 'ਚ ਹੀ ਕਲੰਕ ਲਿਖਿਆ ਹੋਣਗਾ, ਖੱਟੀ ਜਾਊਗਾ ਆਪੇ, ਫਿਰ ਆਪਾਂ ਤਾਂ ਜ਼ੋਰ ਪੂਰਾ ਮਾਰਿਆ। ਇਹ ਵਿਚਾਰ ਕਰਦੇ ਹੋਏ ਭਾਈ ਸਾਹਿਬ ਜੀ ਅੰਮ੍ਰਿਤਸਰ ਨੂੰ ਹੋ ਤਿਆਰ ਤੁਰੇ ਆ। ਰਿਸ ਕੋ ਬਿਸੁਰਾਏ। ਤੇ ਸਾਧੂ ਸੁਭਾਏ ਮਹਾਂਪੁਰਖਾਂ ਨੇ ਭਾਈ ਗੁਰਦਾਸ ਜੀ ਪ੍ਰਿਥੀ ਚੰਦ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ। ਉਹ ਮੂਰਖ ਜਾਣ ਕੇ ਮੂਰਖ ਹੈ ਨਾਲ ਨਾ ਲੁੱਝੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਇਸ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਿਥੀ ਚੰਦ ਦੀਆਂ ਸਾਰੀਆਂ ਗੱਲਾਂ ਮਨੋਂ ਭੁਲਾ ਦਿੱਤੀਆਂ, ਕੋਈ ਗੁੱਸਾ ਨਹੀਂ ਕੀਤਾ ਹੈ। ਸ਼੍ਰੀ ਅਰਜਨ ਕੇ ਬ੍ਰਿੰਦ ਗੁਣ। ਤੇ ਤੁਰਦੇ ਹੋਏ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਭਾਈ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਿੰਨੇ ਗੁਣ ਹੈ, ਦਇਆ ਮਹਾਰਾਜ ਦੀ, ਮਹਾਰਾਜ ਦਾ ਧੀਰਜ, ਮਹਾਰਾਜ ਦਾ ਸਬਰ, ਸਤਿਗੁਰਾਂ ਦੀ ਸਹਿਣਸ਼ੀਲਤਾ, ਇਹੋ ਜਿਹੇ ਸਤਿਗੁਰਾਂ ਦੇ ਜਿਹੜੇ ਗੁਣ ਹਨ, ਸਿਮਰਤ ਹਰਿ ਖਾਏ। ਸਿਮਰਦੇ ਆਉਂਦੇ ਯਾਦ ਕਰਦੇ ਤੇ ਨਾਲੇ ਖੁਸ਼ ਹੁੰਦੇ ਆ। ਭਾਈ ਗੁਰਦਾਸ ਜੀ ਜਦੋਂ ਤੁਰੇ ਅੰਮ੍ਰਿਤਸਰ ਸਾਹਿਬ ਨੂੰ ਆਉਂਦੇ ਆ, ਪ੍ਰਿਥੀ ਚੰਦ ਦੇ ਔਗਣ ਗਿਣਦੇ ਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਣ ਵੇਖ ਵੇਖ ਕੇ ਖੁਸ਼ ਹੁੰਦੇ, ਨਿਹਾਲ ਹੁੰਦੇ ਆ। ਤੇ ਵਿਚਾਰਦੇ ਵੀ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਕਾਬਲੇ ਕਿੱਥੇ ਭਾਈ, ਇਹ ਔਗਣਾਂ ਨਾਲ ਭਰਿਆ ਹੋਇਆ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਗੁਣਾਂ ਦੇ ਦਾਤੇ, ਗੁਣਾਂ ਦੇ ਸਮੁੰਦਰ, ਗੁਣਾਂ ਦੇ ਖਜ਼ਾਨੇ ਹਨ। ਹਜ਼ੂਰ ਦੇ ਗੁਣ ਵੇਖ ਵੇਖ ਕੇ ਵਿਚਾਰ ਕੇ ਭਾਈ ਸਾਹਿਬ ਜੀ ਖੁਸ਼ ਹੁੰਦੇ ਆ। ਧੰਨ ਰਿਦਾ ਗੰਭੀਰ ਤਿਨ। ਆਪਾਂ ਜਾਣਦੇ ਭਾਈ ਗੁਰਦਾਸ ਜੀ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਰਿਦਾ ਤਾਂ ਧੰਨ ਹੈ ਭਾਈ, ਬੜੇ ਵੱਡੇ ਆ ਤੇ ਗੰਭੀਰ ਡੂੰਘੇ ਆ, ਜਾਂ ਸਮੁੰਦਰ ਵਾਂਗੂ ਵੱਡੇ ਖੁੱਲੇ ਡੁੱਲੇ ਹਨ। ਰਤਨਾਗਰ ਜੈਸੇ। ਜਿਵੇਂ ਰਤਨਾਗਰ ਕਹੀਏ ਸਮੁੰਦਰ ਹੁੰਦਾ। ਪ੍ਰਿਥੀ ਚੰਦ ਤਾਂ ਟੋਭੇ ਵਰਗਾ ਵੀ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਬਹੁਤ ਵੱਡੇ ਸਹਿਣਸ਼ੀਲਤਾ ਦਾ ਸਮੁੰਦਰ ਬਣੇ ਹੋਏ ਆ। ਸੀਤਲ ਤਪਤ ਨਾ ਬਦਤ ਕੇਮ ਕਾਮ। ਜਿਵੇਂ ਜਿਹੜਾ ਸਮੁੰਦਰ ਹੈ ਨਾ ਸੀਤਲ ਠੰਡਾ ਹੁੰਦਾ ਕਦੇ, ਬਹੁਤੀ ਠੰਡ ਵਿੱਚ ਨਾ ਤਪਦਾ ਗਰਮੀ ਦੇ ਤਪਸ਼ ਦੇ ਨਾਲ, ਸੂਰਜ ਨਾਲ, ਨਾ ਕਦੇ ਵੱਧਦਾ ਹੈ ਨਾ ਕਦੇ ਘਟਦਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਿਦਾ ਹੈ, ਨਾ ਵੱਧਦਾ ਹੈ ਨਾ ਘਟਦਾ, ਸਦਾ ਇੱਕੋ ਅਵਸਥਾ ਵਿੱਚ ਆਨੰਦ ਰਸ ਰਹਿਣ ਵਾਲੇ ਹੈ। ਇੱਕ ਰਸ ਬ੍ਰਿਤ ਤੈਸੇ। ਉਵੇਂ ਸਤਿਗੁਰਾਂ ਦਾ ਰਿਦਾ ਇੱਕ ਰਸ ਹੈ। ਜਿਵੇਂ ਸਮੁੰਦਰ ਨਾ ਵੱਡਾ ਹੁੰਦਾ ਨਾ ਘਟਦਾ ਹੈ, ਨਾ ਗਰਮ ਹੁੰਦਾ ਪਾਣੀ, ਨਾ ਠੰਡਾ ਹੁੰਦਾ। ਸਤਿਗੁਰੂ ਇਸੇ ਤਰ੍ਹਾਂ ਸਮੁੰਦਰ ਵਾਂਗੂ ਇੱਕ ਰਸ ਰਹਿਣ ਵਾਲੇ ਹੈ। ਕਾਮ ਕ੍ਰੋਧ ਮਦ ਲੋਭ ਦੁੱਖ। ਕਾਮ ਭਾਵਨਾਵਾਂ, ਇੱਛਾਵਾਂ ਜਿਹੜੀਆਂ ਕਰਨੀਆਂ, ਕ੍ਰੋਧ ਗੁੱਸਾ, ਮਦ ਹੰਕਾਰ, ਲੋਭ ਲਾਲਚ ਜਿਹੜਾ, ਜਾਂ ਕੋਈ ਦੁੱਖ ਸੁੱਖ ਹੈ। ਇਤਿਆਦਿਕ ਵਿਕਾਰਾ। ਇਸ ਤੋਂ ਆਦਿਕ ਜਿੰਨੇ ਵਿਸ਼ੇ ਵਿਕਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਈਰਖਾ ਦਵੈਸ਼, ਪਰ ਨਿੰਦਾ ਇਤਿਆਦਿਕ ਜਿਹੜੇ ਈਰਖਾ ਜਿੰਨੇ ਵਿਸ਼ੇ ਵਿਕਾਰ ਹੁੰਦੇ ਆ। ਇਨ ਤੇ ਸ਼ੁਭਤ ਨ ਹੋਤ ਕਬ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਰਿਦਾ ਜਿਹੜਾ ਨਾ, ਉਹ ਇਹਨਾਂ ਦੇ ਕਰਕੇ ਸੁਭਾਏ ਸ਼ੋਭ ਨਹੀਂ ਹੁੰਦਾ, ਜਾਂ ਖੂਬ ਦੁੱਖ ਨਹੀਂ ਹੁੰਦਾ, ਦੁਖੀ ਨਹੀਂ ਹੁੰਦੇ, ਜਾਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਾ ਵਿਕਾਰ ਨਹੀਂ ਪਾਉਂਦਾ ਲੱਗਦਾ ਹੈ। ਰਸ ਆਨੰਦ ਮਝਾਰਾ। ਤੇ ਸਦਾ ਇੱਕ ਰਸ ਨਾਮ ਰਸ ਦੇ ਵਿੱਚ ਜਾਂ ਆਨੰਦ ਰਸ ਦੇ ਵਿੱਚ ਲੀਨ ਰਹਿੰਦੇ ਹਨ। ਪੰਥ ਚਲਤ ਚਿਤ ਚਿਤਵਤ। ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨਾਲੇ ਅੰਮ੍ਰਿਤਸਰ ਸਾਹਿਬ ਨੂੰ ਤੁਰੇ ਆ ਰਹੇ ਹੈ, ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਹਿਰਦੇ ਵਿੱਚ ਵਿਚਾਰਦੇ ਹਨ। ਬਧ ਪ੍ਰੇਮ ਵਿਸਾਲਾ। ਤੇ ਬੜਾ ਪ੍ਰੇਮ ਹਿਰਦੇ ਵਿੱਚ ਵੱਧ ਰਿਹਾ ਹੈ, ਬਾਣੀ ਗਦਗਦ ਹੋ ਰਹੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਣ। ਕਿਉਂਕਿ ਸਾਧ ਸੰਗਤ ਜੀ ਕਿਸੇ ਦੇ ਗੁਣ ਉਦੋਂ ਪਤਾ ਲੱਗਦੇ ਆ ਜਦੋਂ ਉਹਦੇ ਮੁਕਾਬਲੇ ਕੋਈ ਵੇਖਿਆ ਜਾਵੇ। ਪ੍ਰਿਥੀ ਚੰਦ ਆਪਦੇ ਆਪ ਨੂੰ ਗੁਰੂ ਜਣਾਉਂਦਾ ਹੈ। ਭਾਈ ਗੁਰਦਾਸ ਜੀ ਵੇਖ ਕੇ ਹੈਰਾਨ ਹੁੰਦੇ ਵੀ ਪ੍ਰਿਥੀ ਚੰਦ ਜਿਹਦੇ ਵਿੱਚ ਇੱਕ ਵੀ ਗੁਣ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਵਰਗਾ, ਉਲਟਾ ਬਹੁਤ ਔਗਣ ਭਰੇ ਹੋਏ ਹੈ। ਧੰਨ ਹਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਵਿੱਚ ਇੰਨੇ ਗੁਣ ਹੈ।
ਪ੍ਰਿਥੀ ਚੰਦ ਮਹਾਰਾਜ ਨੂੰ ਮਾਰਨ ਤੇ ਤੁਲਿਆ ਹੋਇਆ ਤੇ ਫਿਰ ਵੀ ਉਹਦੇ ਤੇ ਦਇਆ ਕਰਦੇ ਸਾਨੂੰ ਮਨਾਉਣ ਵਾਸਤੇ ਭੇਜਦੇ ਆ ਵਾਰ-ਵਾਰ। ਇਸ ਤਰ੍ਹਾਂ ਦੇ ਮਹਾਰਾਜ ਦੇ ਸ਼ੁਭ ਗੁਣਾਂ ਨੂੰ ਵਿਚਾਰਦੇ ਹਿਰਦੇ ਵਿੱਚ ਭਾਈ ਗੁਰਦਾਸ ਜੀ ਨਾਲੇ ਤੁਰੇ ਆ ਰਹੇ ਹੈ, ਨਾਲੇ ਮਨ ਬਹੁਤ ਭਰਿਆ ਹੋਇਆ ਹੈ, ਬੋਲਿਆ ਨਹੀਂ ਜਾਂਦਾ, ਗਲਾ ਗਦ-ਗਦ ਹੋ ਰਿਹਾ ਹੈ ਨੀਰ ਬਿਲੋਚਨ ਤ੍ਰੇਸ਼ ਰਵਿਓ। ਤੇ ਅੱਖਾਂ ਦੇ ਵਿੱਚੋਂ ਪਾਣੀ ਵਹਿੰਦਾ, ਕਿਉਂਕਿ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਭਰਾਤਾ ਤੇ ਪ੍ਰਿਥੀ ਚੰਦ ਭਣੇਵੇਂ ਹੀ ਲੱਗੇ ਨਾ, ਤੋ ਆਪਣੀ ਭੈਣ ਬੀਬੀ ਨਾਨਕੀ ਦੇ ਵਾਹਿਗੁਰੂ ਬੀਬੀ ਭਾਨੀ ਦੇ ਘਰ ਵਿੱਚ ਇੰਨਾ ਕਲੇਸ਼ ਪਿਆ ਹੋਇਆ ਦੋ ਭਣੇਵਿਆਂ ਭਰਾਵਾਂ ਦੇ ਵਿੱਚ ਵੇਖ ਕੇ ਭਾਈ ਗੁਰਦਾਸ ਜੀ ਦੁਖੀ ਵੀ ਹੁੰਦੇ ਆ। ਪ੍ਰਿਥੀ ਚੰਦ ਦੀਆਂ ਗੱਲਾਂ ਯਾਦ ਕਰ ਕਰਕੇ ਮਨ ਭਰਿਆ ਹੋਇਆ ਹੈ। ਭਾਈ ਗੁਰਦਾਸ ਜੀ ਦੇ ਨੇਤਰਾਂ ਚੋਂ ਜਲ ਵਹਿੰਦਾ ਹੈ, ਗਦ ਗਦ ਤਿਸ ਕਾਲਾ। ਤੇ ਗਲਾ ਕੰਠ ਰੁਕਿਆ ਹੋਇਆ ਉਸ ਸਮੇਂ। ਸ਼੍ਰੀ ਗੁਰ ਪਗ ਪੰਕਜ ਮ੍ਰਿਦੁਲ। ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਜਿਹੜੇ ਚਰਨ ਕਮਲ ਹਨ ਬੜੇ ਕੋਮਲ ਹੀ, ਔਰ ਬਿਖੈ ਬਸਾਏ। ਹਿਰਦੇ ਵਿੱਚ ਭਾਈ ਗੁਰਦਾਸ ਜੀਆਂ ਵਸਾਏ ਹੋਏ ਹਨ, ਯਾਦ ਕਰਦੇ ਆ। ਸੁੰਦਰ ਦਰਸ਼ਨ ਦੇਖੇ ਬੇ। ਤੇ ਹਜ਼ੂਰ ਦੇ ਸੋਹਣੇ ਮਿੱਠੇ ਠੰਡੇ ਦਰਸ਼ਨ ਦੇਖਣ ਵਾਸਤੇ ਮਨ ਮਹਿ ਅਕੁਲਾਏ। ਮਨ ਭਾਈ ਗੁਰਦਾਸ ਜੀ ਦਾ ਬਹੁਤ ਦੁਖੀ ਹੁੰਦਾ, ਮਨ ਕਰਕੇ ਬੜੇ ਔਖੇ ਜਿਹੇ ਹੁੰਦੇ ਵੀ ਕਿਹੜਾ ਵੇਲਾ ਹੋਵੇ, ਕਿਉਂਕਿ ਪ੍ਰਿਥੀ ਚੰਦ ਦੀਆਂ ਗੱਲਾਂ ਹੀ ਇਹੋ ਜਿਹੀਆਂ ਸੀ, ਭਾਈ ਗੁਰਦਾਸ ਜੀ ਦਾ ਮਨ ਸਾੜ ਕੇ ਰੱਖ ਦਿੱਤਾ। ਤੇ ਜਿਵੇਂ ਕੋਈ ਸੜਿਆ ਬਲਿਆ ਉੱਪਰ ਪਾਣੀ ਲੱਭਦਾ ਨਾ, ਕੋਈ ਤਪਸ਼ ਦਾ ਮਾਰਿਆ ਹੋਇਆ, ਜਿਵੇਂ ਹਰਨ ਜੰਗਲ ਨੂੰ ਅੱਗ ਲੱਗਦੀ ਹੈ, ਪਾਣੀ ਲੱਭਦੇ ਹੈ, ਨਦੀ ਨੂੰ ਪੈਂਦੇ ਭੱਜ ਭੱਜ ਕੇ। ਇਸੇ ਤਰ੍ਹਾਂ ਭਾਈ ਗੁਰਦਾਸ ਦਾ ਹਿਰਦਾ ਜਿਹੜਾ ਉਹ ਪ੍ਰਿਥੀ ਚੰਦ ਦੇ ਬੋਲਾਂ ਨੇ ਸਾੜ ਦਿੱਤਾ, ਕਿਉਂਕਿ ਜਿਹੋ ਜਿਹੇ ਕੋਲ ਬੈਠਾਂਗੇ ਉਹ ਮਨ ਫਿਰ ਉਹੋ ਜਿਹਾ ਰੰਗਤ ਧਾਰਨ ਕਰ ਲੈਂਦਾ। ਤੇ ਭਾਈ ਗੁਰਦਾਸ ਜੀ ਬੜੇ ਵਿਆਕੁਲ ਜੇ ਹੁੰਦੇ ਪ੍ਰਿਥੀ ਚੰਦ ਦੇ ਭੈੜੇ ਬੋਲ ਸੁਣ ਕੇ, ਮਨ ਸੜਿਆ। ਮਾਨੋ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਪਾਣੀ ਹੋਣ। ਭਾਈ ਗੁਰਦਾਸ ਜੀ ਹਜ਼ੂਰ ਦੇ ਦਰਸ਼ਨਾਂ ਨੂੰ ਬਹੁਤ ਲੋਚਦੇ ਆ, ਮਨ ਕਾਹਲਾ ਪੈਂਦਾ ਹੈ। ਪੰਥ ਚਲਤ ਪਾਸ਼ੀ ਗ੍ਰਹੀ। ਤੇ ਬੜੀ ਛੇਤੀ ਪੈਰ ਪੱਟਦੇ ਹੋਏ ਅੰਮ੍ਰਿਤਸਰ ਸਾਹਿਬ ਦੇ ਰਸਤੇ ਤੁਰੇ ਆਉਂਦੇ ਆ। ਦੇਸ਼ ਅੰਮ੍ਰਿਤ ਤਾਲਾ। ਜਿੱਥੇ ਅੰਮ੍ਰਿਤਸਰ ਸਾਹਿਬ ਦਾ ਪਾਵਨ ਪਵਿੱਤਰ ਸਰੋਵਰ ਭਾਵ ਅੰਮ੍ਰਿਤਸਰ ਸ਼ਹਿਰ ਹੈ ਨਾ, ਮਹਾਰਾਜ ਦਾ ਘਰ ਹੈ, ਜਿੱਥੇ ਭਾਈ ਗੁਰਦਾਸ ਜੀ ਅੰਮ੍ਰਿਤਸਰ ਸਾਹਿਬ ਨੂੰ ਤੁਰੇ ਆਉਂਦੇ ਤੇਜ਼ੀ ਨਾਲ ਪੈਰ ਪੁੱਟਦੇ ਹਨ। ਪਹੁੰਚਿਓ ਤੂਰਨ ਜਾਏ ਕੈ। ਤੇ ਬੜੀ ਛੇਤੀ ਦੇ ਨਾਲ ਪੈਰ ਪੁੱਟਦੇ ਹੋਏ ਕਾਹਲੀ ਕਾਹਲੀ ਭਾਈ ਗੁਰਦਾਸ ਜੀ ਜਾ ਅੰਮ੍ਰਿਤਸਰ ਸਾਹਿਬ ਵੜੇ ਆ। ਸ਼੍ਰੀ ਗੁਰ ਕੀ ਸ਼ਾਲਾ। ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਛਾਲਾ ਘਰ ਹੈ ਨਾ ਹਜ਼ੂਰ ਦਾ, ਜਿੱਥੇ ਸਤਿਗੁਰੂ ਗੁਰੂ ਕੇ ਮਹਿਲ ਨਾਵੇਂ ਸਥਾਨ ਤੇ ਸਜੇ ਹੋਏ ਸਨ, ਭਾਈ ਗੁਰਦਾਸ ਜੀ ਜਾ ਪਹੁੰਚੇ ਆ। ਬੰਦਨ ਪਦ ਅਰਬਿੰਦ ਕਰ। ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਦੋਵੇਂ ਹੱਥ ਜੋੜ ਕੇ ਭਾਈ ਸਾਹਿਬ ਜੀਆਂ ਮੱਥਾ ਟੇਕਿਆ ਹੈ। ਕਰ ਲੋਚਨ ਭਰ ਹੇਰੇ। ਤੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਨੂੰ ਐਨ ਅੱਖਾਂ ਭਰ ਭਰ ਕੇ ਭਾਈ ਗੁਰਦਾਸ ਜੀ ਵੇਖਦੇ ਆ। ਪਰਮ ਪ੍ਰੇਮ ਪੁਲਕਾਵਲੀ। ਬੜਾ ਪ੍ਰੇਮ ਆ ਰਿਹਾ ਸਤਿਗੁਰਾਂ ਦੇ ਦਰਸ਼ਨ ਕਰਕੇ। ਪੁਲਕਾਵਲੀ ਆ ਗਈ, ਲੂ ਕੰਡੇ ਖੜੇ ਹੋ ਰਹੇ, ਆਨੰਦ ਦੀ ਨਿਸ਼ਾਨੀ ਹੈ। ਭਾਈ ਗੁਰਦਾਸ ਜੀ ਬਹੁਤ ਆਨੰਦ ਪ੍ਰਸੰਨ ਚਿਤ ਹੋ ਰਹੇ ਹਨ। ਆਨੰਦ ਉਮਗੇਰੇ। ਤੇਰੇ ਦੇ ਵਿੱਚ ਬਹੁਤ ਭਾਰੀ ਆਨੰਦ ਉਛਾਲੇ ਮਾਰਨ ਲੱਗਿਆ। ਹਜ਼ੂਰ ਦੇ ਦਰਸ਼ਨ ਕਰਕੇ ਮਨ ਗਦ-ਗਦ ਹੋ ਗਿਆ। ਪੁਲਕਾਵਲੀ ਆ ਗਈ, ਲੂ ਕੰਡੇ ਖੜੇ ਹੋ ਗਏ, ਕੰਠ ਰੁਕ ਗਿਆ ਤੇ ਆਨੰਦ ਹਿਰਦੇ ਵਿੱਚੋਂ ਉਛਾਲੇ ਮਾਰ ਬਾਹਰ ਡੁੱਲਦਾ ਦਿਸਦਾ ਹੈ। ਸ਼੍ਰੀ ਅਰਜਨ ਜੀ ਦੇਖ ਕੈ। ਇਧਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਇਆ ਵੇਖਿਆ ਹੈ, ਸੁਧ ਬੂਝਨ ਕੀਨੀ। ਤੇ ਸਾਰੀ ਗੱਲ ਪੁੱਛੀ, ਕਿਉਂਕਿ ਮਹਾਰਾਜ ਨੇ ਪ੍ਰਿਥੀ ਚੰਦ ਵੱਲ ਭੇਜਿਆ ਸੀ ਨਾ, ਤੇ ਹਜ਼ੂਰ ਨੇ ਪੁੱਛਿਆ, ਹੈ ਮਾਮਾ ਜੀ ਜਾਂ ਭਾਈ ਗੁਰਦਾਸ ਸਾਹਿਬ ਜੀ, ਦੱਸੋ ਖਾਂ ਭਲਾ ਹੁਣ ਕੀ ਖਬਰ ਲੈ ਕੇ ਆਏ ਹੋ? ਪ੍ਰਿਥੀ ਚੰਦ ਦੇ ਬਾਬਤ ਤੁਹਾਨੂੰ ਘੱਲਿਆ ਸੀ ਮਨਾਉਣ ਵਾਸਤੇ, ਦੱਸੋ ਭਲਾ ਕੀ ਖਬਰ ਲਿਆਂਦੀ ਹੈ? ਕਹਾ ਭਰਾਤ ਕੀ ਬਾਰਤਾ। ਸਾਡੇ ਵੱਡੇ ਭਰਾ ਪ੍ਰਿਥੀ ਚੰਦ ਦਾ ਹਾਲ ਚਾਲ ਸੁਣਾਉਣਾ ਕਰੋ, ਕੀ ਬੀਤੀ ਕੀ ਗੁਜਰੀ ਉਹਦੇ ਕੋਲ ਗਏ ਸੋ ਤੁਸੀਂ,
ਸਾਨੂੰ ਸਾਰਾ ਹਾਲ ਦੱਸਣਾ ਕਰੋ। ਕੈਸੀ ਗਤ ਚੀਨੀ। ਤੁਸੀਂ ਪ੍ਰਿਥੀ ਚੰਦ ਦੀ ਕੀ ਹਾਲਤ ਵੇਖ ਕੇ ਆਏ ਹੋ? ਸਾਡਾ ਭਰਾ ਠੀਕ ਹੈ, ਖਾਣ ਪੀਣ ਨੂੰ ਸਭ ਕੁਝ ਹੈ, ਸੋਹਣੇ ਥਾਂ ਤੇ ਰਹਿੰਦਾ ਹੈ, ਖਾਣ ਪੀਣ ਦੀ, ਪਹਿਨਣ ਦੀ, ਗੁਜ਼ਾਰੇ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿਥੀ ਚੰਦ ਨੂੰ? ਕੀ ਉਹਦੀ ਹਾਲਤ ਤੁਸੀਂ ਵੇਖ ਕੇ ਆਏ ਹੋ? ਕਿਸ ਪ੍ਰਕਾਰ ਕੋ ਮਤ ਤੇ ਹੈ। ਉਹ ਪ੍ਰਿਥੀ ਚੰਦ ਦੀ ਮੱਤ ਹੁਣ ਕੀ ਆਂਦੀ ਹੈ? ਪ੍ਰਿਥੀ ਚੰਦ ਨੇ ਕਿਹੜਾ ਸੁਭਾਅ ਧਾਰਿਆ ਹੋਇਆ ਵੀ ਉਹਦੇ ਮਨ ਦੀ ਗੱਲ ਕੀ ਹੈ? ਕੋਈ ਜਿੱਦ ਫੜੀ ਬੈਠਾ, ਜਾਂ ਜਿਹੜੀ ਜਿੱਦ ਫੜ ਕੇ ਘਰੋਂ ਗਿਆ ਸੀ ਇੱਥੋਂ ਅੰਮ੍ਰਿਤਸਰ ਸਾਹਿਬ ਛੱਡ ਕੇ, ਕਿ ਹੁਣ ਵੀ ਉਹੀ ਜਿੱਦ ਫੜੀ ਹੋਈ ਹੈ, ਸਾਡੇ ਨਾਲ ਵੈਰ ਕਰਦਾ? ਉਹਨਾਂ ਦੇ ਮਨ ਦੀ ਕੀ ਹਾਲਤ ਹੈ? ਆਵਨ ਇਸ ਥਾਨਾ। ਲਿਆਂਦਾ ਕਿਉਂ ਨਹੀਂ ਜੇ? ਆਊਗਾ ਇਸ ਥਾਂ ਤੇ ਤੁਹਾਡੇ ਪਿੱਛੇ ਕਿ ਨਹੀਂ? ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ ਆ, ਭਾਈ ਸਾਹਿਬ ਜੀ ਕੀ ਸਾਡਾ ਭਰਾ ਪ੍ਰਿਥੀ ਚੰਦ ਹੁਣ ਗੁੱਸੇ ਛੱਡ ਗਿਆ, ਹੋ ਗਿਆ ਰਾਜੀ ਤੁਹਾਡੀ ਗੱਲ ਕਹਿਣ ਤੇ? ਕੀ ਤੁਹਾਡੇ ਕਹੇ ਤੇ ਸਾਡੇ ਕੋਲ ਵਾਪਸ ਅੰਮ੍ਰਿਤਸਰ ਸਾਹਿਬ ਆ ਜਾਵੇਗਾ? ਕੀ ਕਰਕੇ ਆਏ ਹੋ? ਦੁਸ਼ਟ ਸੁਭਾਵ ਤਿਆਗਿਓ। ਕੀ ਪ੍ਰਿਥੀ ਚੰਦ ਮੇਰੇ ਭਰਾ ਨੇ ਜਿਹੜਾ ਦੁਸ਼ਟਾਂ ਵਾਲਾ ਭੈੜਾ ਸੁਭਾਅ ਉਹ ਛੱਡ ਦਿੱਤਾ ਕਿ ਨਹੀਂ ਛੱਡਿਆ ਹੈ? ਮਾਨਿਓ ਕਿ ਨਾ ਮਾਨਾ। ਤੁਹਾਡੀ ਕਹੀ ਹੋਈ ਗੱਲ ਮੰਨੀ ਕਿ ਨਹੀਂ ਮੰਨੀ? ਤੁਸੀਂ ਪ੍ਰਿਥੀ ਚੰਦ ਨੂੰ ਮਨਾਉਣ ਵਾਸਤੇ ਗਏ ਸੀ ਅੰਮ੍ਰਿਤਸਰ ਸਾਹਿਬ ਲੈਣ ਵਾਸਤੇ। ਕੀ ਮੇਰੇ ਭਰਾ ਦਾ ਪ੍ਰਿਥੀ ਚੰਦ ਨੇ ਇਹ ਮਾਮਾ ਭਾਈ ਗੁਰਦਾਸ ਸਾਹਿਬ ਦੀ ਤੁਹਾਡੀ ਗੱਲ ਮੰਨ ਲਈ ਹੈ ਹੁਣ ਇੱਥੇ ਆਉਣ ਬਾਬਤ, ਤੇ ਮਨ ਦਾ ਗੁੱਸਾ ਛੱਡ ਦਿੱਤਾ ਕਿ ਨਹੀਂ ਛੱਡਿਆ? ਦੱਸਣਾ ਕਰੋ। ਹਾਥ ਬੰਦ ਭਾਈ ਕਹਿਓ। ਇਹ ਦਰਸਾਤ ਸੰਗ ਜੀ ਭਾਈ ਗੁਰਦਾਸ ਜੀ ਹੁਣ ਕੀ ਦੱਸਣ ਪ੍ਰਿਥੀ ਚੰਦ ਦਾ ਹਾਲ, ਵੀ ਗਾਲਾਂ ਕੱਢਦਾ ਮਹਾਰਾਜ ਪ੍ਰਿਥੀ ਚੰਦ ਤਾਂ ਸਮਝਾਇਆ। ਹੱਥ ਜੋੜ ਲੈ ਭਾਈ ਗੁਰਦਾਸ ਦੀਆਂ, ਹੱਥ ਜੋੜ ਕੇ ਅੱਖਾਂ ਦੀਆਂ ਨੀਵੀਆਂ ਕਰਕੇ, ਅੱਖਾਂ ਨਮ ਕਰਕੇ, ਸਜਲ ਕਰਕੇ ਨੇਤਰ ਭਾਈ ਗੁਰਦਾਸ ਜੀ ਕਹਿਣ ਲੱਗੇ ਆ, ਤੁਮ ਪਰਬਲ ਮਾਇਆ। ਆਖਿਆ ਹੈ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਪਰਮੇਸ਼ਰ ਹੋ ਤੇ ਮਾਇਆ ਦੇ ਸਬਲ ਹੋ, ਸਹਿਤ ਮਾਇਆ ਦੇ। ਮਾਇਆ ਵੀ ਤੁਹਾਡੀ ਦਾਸੀ ਹੈ ਇਹ ਪਰਮੇਸ਼ਰ ਗੁਰੂ ਅਰਜਨ ਦੇਵ ਸਾਹਿਬ। ਤੇ ਸੁਣਨਾ ਕਰੋ ਮਹਾਰਾਜ, ਜਿਹੜੀ ਤੁਹਾਡੀ ਮਾਇਆ ਹੈ, ਪਰ ਵਿਸ਼ੇਸ਼ ਕਰਕੇ ਜਿਹੜੇ ਮਾਇਆ ਨਾ ਬੜੇ ਬਲ ਵਾਲੀ ਹੈ। ਜੋਗੀ ਮਨ ਜਨ ਆਦਤੇ। ਜਿਹੜੇ ਤੁਹਾਡੀ ਮਾਇਆ ਹੈ ਬੜੇ ਬਲ ਵਾਲੀ ਹੈ, ਇਹਨੇ ਵੱਡੇ ਵੱਡੇ ਜੋਗੀ, ਵੱਡੇ ਵੱਡੇ ਮਨੀਸ਼ਵਰ, ਵੱਡੇ ਵੱਡੇ ਭਗਤ ਕਹਾਉਣ ਵਾਲੇ ਜਿੰਨੇ ਆ, ਕੋ ਨਾ ਭਰਮਾਇਆ। ਸਭ ਨੂੰ ਭਰਮਾਇਆ ਹੋਇਆ। ਦੱਸੋ ਮਹਾਰਾਜ ਵੀ ਕਿਹੜਾ ਕਿਹੜਾ ਇਸ ਤੁਹਾਡੀ ਬਲ ਵਾਲੀ ਮਾਇਆ ਤੋਂ ਬਚਿਆ ਹੈ? ਇਹ ਮਾਇਆ ਨੇ ਸਭ ਦੇ ਹੋਸ਼ ਭੁਲਾ ਛੱਡੇ ਹਨ। ਕੀ ਜੋਗੀ, ਕੀ ਜਤੀ, ਕੀ ਮਨੀਸ਼ਵਰ, ਕੀ ਸੇਵਕ ਭਗਤ, ਸਭ ਦੀ ਸੁਰਤ ਭੁਲਾ ਛੱਡੀ ਹੈ। ਜਥਾ ਭਵਿਖਤ ਕ੍ਰਿਤ ਕੋ। ਇਸ ਕਰਕੇ ਬੇਨਤੀ ਮਹਾਰਾਜ, ਜਿਹੜਾ ਜਥਾ ਭਵਿਖਤ ਕ੍ਰਿਤ ਕੋ, ਜਿਹੜੀ ਮਹਾਰਾਜ ਹੁਣ ਆਉਣ ਵਾਲੇ ਸਮੇਂ ਵਿੱਚ ਕ੍ਰਿਤ ਹੋਵੇਗੀ ਪ੍ਰਿਥੀ ਚੰਦ ਦੀ, ਜਾਂ ਜਿਹੜਾ ਕੁਝ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਮਾਇਆ ਕਰਕੇ ਤੁਸੀਂ ਕਰਵਾਉਣਾ ਹੈ, ਕਰਬੇ ਕੋ ਚਾਹੀ। ਜਿਹੜੀ ਤੁਸੀਂ ਇੱਛਾ ਕਰਦੇ ਹੋ। ਕਿਉਂਕਿ ਹੁਣ ਪਰਮੇਸ਼ਰ ਜਣਾ ਰਹੇ ਨਾ ਭਾਈ ਗੁਰਦਾਸ ਜੀ ਹਜ਼ੂਰ ਨੇ, ਇਹ ਸੱਚੇ ਪਾਤਸ਼ਾਹ ਤੁਸੀਂ ਪਰਮੇਸ਼ਰ ਹੋ, ਆਪਦੀ ਮਾਇਆ ਦਾ ਬੰਧਨ ਜੀਵਾਂ ਤੇ ਆਪ ਹੀ ਪਾ ਦਿੰਦੇ ਹੋ, ਅਕਲ ਤੇ ਪੜਦਾ ਪੈ ਜਾਂਦਾ। ਪ੍ਰਿਥੀ ਚੰਦ ਵੀ ਮਹਾਰਾਜ ਉਹਨਾਂ ਚੋਂ ਇੱਕ ਆ ਜਿਹੜਾ ਮਾਇਆ ਦੇ ਹੱਥੇ ਚੜਿਆ ਹੋਇਆ। ਮਾਇਆ ਤੁਹਾਡੀ ਬਹੁਤ ਬਲ ਵਾਲੀ ਹੈ, ਤੁਸੀਂ ਮਾਇਆ ਦੇ ਪਤੀ ਪਰਮੇਸ਼ਰ ਹੋ। ਤੇ ਮਹਾਰਾਜ ਪੁੱਛਦੇ ਕੀ ਹੋ? ਅੱਗੇ ਉਹ ਕੁਝ ਹੀ ਹੋਣਾ ਹੈ ਜਿਹੜਾ ਤੁਹਾਨੂੰ ਮਨਜ਼ੂਰ ਹੈ, ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ। ਤਿਸ ਪ੍ਰਕਾਰ ਹੀ ਬਨ ਸਕੈ। ਉਸੇ ਤਰ੍ਹਾਂ ਹੀ ਹੁਣ ਬਣ ਆਵੇਗੀ ਜੋ ਤੁਹਾਨੂੰ ਮਨਜ਼ੂਰ ਹੈ, ਜੋ ਤੁਹਾਡੀ ਮਾਇਆ ਤੁਹਾਡੇ ਆਖੇ ਲੱਗ ਕੇ ਕਰੇਗੀ। ਹੋਏ ਅਨਤੇ ਨਾਹੀ। ਵੀ ਹੋਰ ਨਹੀਂ ਹੁਣ ਕੁਝ ਹੋਣਾ। ਹੁਣ ਤਾਂ ਮਹਾਰਾਜ ਉਹ ਹੋਣਾ ਹੈ ਜਿਹੜਾ ਤੁਹਾਨੂੰ ਪਾਉਂਦਾ ਹੈ, ਤੁਹਾਨੂੰ ਚੰਗਾ ਲੱਗਦਾ ਹੈ। ਜਿਸ ਪਰ ਕਰੁਣਾ ਤਾ ਨਿਜ ਕਰਹਾ। ਕਿਉਂਕਿ ਸੱਚੇ ਪਾਤਸ਼ਾਹ ਜੀ ਜਿਸ ਜੀਵ ਤੇ ਬੜੇ ਤਰੁੱਠ ਕੇ ਤਰਸ ਕਰਦੇ ਹੋ, ਤੁਸੀਂ ਕਿਰਪਾ ਦੀ ਮਿਹਰ ਭਰੀ ਦ੍ਰਿਸ਼ਟੀ ਰੱਖਦੇ ਹੋ, ਦੇ ਹਾਥ ਬਚਾਵੋ। ਉਹਨੂੰ ਤਾਂ ਇਸ ਮਾਇਆ ਤੋਂ ਹੱਥ ਦੇ ਕੇ ਬਚਾ ਲੈਂਦੇ ਜੇ। ਮਾਇਆ ਮਹਾਰਾਜ ਸਾਰਿਆਂ ਨੂੰ ਹੀ, ਜਿਹਨੂੰ ਪੇਟ ਲੱਗਾ, ਢਿੱਡ ਲੱਗੇ, ਸਭ ਮਾਇਆ ਦੇ ਅੰਦਰ ਹੈ। ਸੱਚੇ ਪਾਤਸ਼ਾਹ ਜੀ ਜਿਹਨੂੰ ਤੁਸੀਂ ਹੱਥ ਦੇ ਕੇ ਆਪ ਦਾ ਬਚਾ ਕੇ ਰੱਖ ਲੈਂਦੇ ਹੋ ਨਾ, ਉਹ ਮਾਇਆ ਤੋਂ ਬਚ ਜਾਂਦਾ ਹੈ। ਨਿੰਦਕ ਦੁਰਜਨ ਸਿੰਧ ਭਾਵ। ਤੇ ਜਿਹੜੇ ਨਿੰਦਕ ਲੋਕ ਹੈ ਉਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਤਿਸ ਬਿਖੈ ਡੁਬਾਵੋ। ਆਪ ਹੀ ਡੁਬੋ ਦਿੰਦੇ ਹੋ। ਭਾਵ ਪ੍ਰਿਥੀ ਚੰਦ ਦੀ ਤਰਫ ਇਸ਼ਾਰਾ ਕਰਕੇ ਭਾਈ ਸਾਹਿਬ ਜੀ ਕਹਿੰਦੇ ਮਹਾਰਾਜ
ਜਿਹੜੇ ਨਿੰਦਾ ਕਰਦੇ ਆ ਨਾ ਭਲਿਆਂ ਪੁਰਸ਼ਾਂ ਦੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ, ਸਤਿਗੁਰਾਂ ਦੇ ਘਰ ਦੀ, ਉਹ ਨਿੰਦਕਾਂ ਨੂੰ ਤੁਸੀਂ ਆਪ ਹੀ ਇਸ ਸੰਸਾਰ ਦੇ ਸਮੁੰਦਰ ਵਿੱਚ ਡੁਬੋ ਰਹੇ ਹੋ। ਤੇ ਜਿਹੜੇ ਜਸ ਕਰਦੇ ਆ ਤੁਹਾਡਾ, ਉਹਨਾਂ ਤੇ ਤੁਹਾਡਾ ਮਿਹਰ ਭਰਿਆ ਹੱਥ ਹੁੰਦਾ। ਉਹ ਜਿਹਦੇ ਤੇ ਹੱਥ ਰੱਖ ਦਿੰਦੇ ਹੋ ਕਿਰਪਾ ਕਰਕੇ, ਉਹ ਵਡਿਆਈ ਗਾਈ ਜਾਂਦਾ ਹੈ। ਤੇ ਜਿਹਨੂੰ ਹੱਥ ਰੱਖ ਕੇ ਥੱਲੇ ਨੂੰ ਧੱਕਣ ਲੱਗ ਪੈਂਦੇ ਹੋ, ਜਿਸ ਨੂੰ ਕਰਤਾ ਆਪ ਖਵਾਏ ਖੁਸ ਲਏ ਚੰਗਿਆਈ। ਜਿਹਨੂੰ ਸਾਧ ਸੰਗਤ ਜੀ ਪਰਮੇਸ਼ਰ ਨੇ ਸੰਸਾਰ ਤੋਂ ਜਿਹਦੀ ਨਿੰਦਾ ਕਰਾਉਣੀ ਹੋਵੇ, ਬੇਪਤੀ ਕਰਾਉਣੀ ਹੋਵੇ, ਧੱਕੇ ਮਰਵਾਉਣੇ ਹੋਣ, ਸੰਸਾਰ ਵਿੱਚ ਜਿਹਦੀ ਪੱਤ ਰੋਲਣੀ ਹੋਵੇ ਨਾ ਪਰਮੇਸ਼ਰ ਨੇ, ਉਹਦੇ ਤੋਂ ਅਕਾਲ ਪੁਰਖ ਪਰਮੇਸ਼ਰ ਚੰਗਿਆਈ ਖੋਹ ਲੈਂਦਾ। ਸੰਸਾਰ ਵਿੱਚ ਪ੍ਰਤੱਖ ਵੇਖਣ ਤੇ ਵੇਖੋ, ਸੱਚੇ ਪਾਤਸ਼ਾਹ ਮਹਾਰਾਜ ਵਡਿਆਈ ਬਖਸ਼ਦੇ, ਜਿਹਨੂੰ ਉਹਨੂੰ ਵਡਿਆਈ ਹੀ ਬਖਸ਼ੀ ਜਾਂਦੇ ਆ। ਸੁਤੇ ਸਿੱਧ ਮਾਤੀ ਇਹੋ ਜਿਹੀ ਬਣਾ ਦਿੰਦੇ ਆ, ਉਹਦੀ ਸਭ ਪਾਸੇ ਸੋਭਾ ਹੀ ਸੋਭਾ ਹੁੰਦੀ ਹੈ। ਤੇ ਜਿਹਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਦੀ ਨਿੰਦਾ ਕਰਾਉਣੀ ਚਾਹੁੰਦੇ, ਸੱਚੇ ਪਾਤਸ਼ਾਹ ਜਿਹਦੀ ਸੰਸਾਰ ਵਿੱਚ ਇੱਜ਼ਤ ਪੈਜ ਪੱਤ ਮਹਾਰਾਜ ਨੇ ਨਹੀਂ ਰਹਿਣ ਦੇਣੀ, ਰੋਲਣੀ ਹੁੰਦੀ ਹੈ, ਉਹਨੂੰ ਫਿਰ ਮਹਾਰਾਜ ਮਾੜੇ ਕੰਮ ਕਰਾਉਂਦੇ ਆ। ਭੈੜੇ ਕੰਮ ਕਰਦਾ 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 ਸਾਰੇ ਸੰਸਾਰ ਦੀ ਨਿੰਦਾ ਖੱਟਦਾ। ਹਲਤ ਨਾ ਸੋਭਾ ਪਲਤ ਨਾ ਟੋਈ, ਅਹਿਲਾ ਜਨਮ ਗਵਾਇਆ। ਨਾ ਉਹਦੀ ਇੱਥੇ ਸੋਭਾ ਤੇ ਨਾ ਉਹਦੀ ਅਗਾਂਹ ਪਰਲੋਕ ਵਿੱਚ ਸੋਭਾ ਹੁੰਦੀ। ਇੱਥੇ ਵੀ ਧੱਕੇ ਤੋੜੇ ਤੇ ਅਗਾਂਹ ਵੀ ਧੱਕੇ ਤੋੜੇ ਖਾਂਦਾ। ਇਹ ਪਰਮੇਸ਼ਰ ਹੈ ਜਿਹਦੇ ਤੇ ਮਿਹਰ ਭਰਿਆ ਹੱਥ ਰੱਖ ਦੇਵੇ ਖਾਲਸਾ ਜੀ। ਉਹਦੇ ਤੋਂ ਜਿਸਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣਾ ਹੈ, ਹਰ ਗੁਣ ਸਦ ਹੀ ਆਖ ਵਖਾਣਾ। ਜਿਹਦੇ ਤੇ ਮਿਹਰ ਭਰਿਆ ਹੱਥ ਰੱਖ ਦੇ, ਉਹ ਤਾਂ ਸੰਸਾਰ ਤੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹਦੀ ਸੰਸਾਰ ਵੀ ਸੋਭਾ ਕਰਦਾ ਹੈ। ਤੇ ਜਿਸ ਨੂੰ ਕਰਤਾ ਆਪ ਖਵਾਏ ਖੁਸ ਲਏ ਚੰਗਿਆਈ, ਮਹਾਰਾਜ ਤੋਂ ਚੰਗਿਆਈਆਂ ਖੋਹ ਲੈਂਦਾ। ਕੱਲੀ ਬੁਰਿਆਈ ਪੱਲੇ ਰਹਿ ਜਾਂਦੀ, ਔਗਣ ਰਹਿ ਜਾਂਦੇ, ਜਿਸ ਕਰਕੇ ਔਗਣ ਯਾਰ ਮਾਨਸ ਹੈ ਭਲੋ ਨਾ ਕਹਿ ਹੈ ਕੋਈ। ਸੰਸਾਰ ਵਿੱਚ ਕੋਈ ਉਹਨੂੰ ਚੰਗਾ ਨਹੀਂ ਕਹਿੰਦਾ। ਭਾਈ ਗੁਰਦਾਸ ਜੀ ਕਹਿ ਰਹੇ ਸੱਚੇ ਪਾਤਸ਼ਾਹ, ਸਭ ਤੁਹਾਡੀ ਮਾਇਆ ਦਾ ਖੇਡ ਹੈ ਮਹਾਰਾਜ। ਕਈਆਂ ਨੂੰ ਮਹਾਰਾਜ ਤੁਸੀਂ ਵਡਿਆਈਆਂ ਬਖਸ਼ੀ ਜਾਂਦੇ ਹੋ, ਤੇ ਕਈਆਂ ਨੂੰ ਮਹਾਰਾਜ ਉਹਨਾਂ ਤੋਂ ਚੰਗਿਆਈ ਖੋਹ ਲਈ, ਉਹਨਾਂ ਦੇ ਸੁਭਾਅ ਇਹੋ ਜਿਹੇ ਬਣਾ ਦਿੱਤੇ, ਉਹਨਾਂ ਦੀ ਨਿੰਦਾ ਹੁੰਦੀ। ਤੇ ਪ੍ਰਿਥੀ ਚੰਦ ਤੁਹਾਡਾ ਭਰਾ ਹੈ, ਉਹ ਵੀ ਉਹਨਾਂ ਚੋਂ ਇੱਕ ਹੈ। ਤੁਸੀਂ ਮਹਾਰਾਜ ਸਭ ਕੁਝ ਆਪ ਕਰਨ ਵਾਲੇ ਹੋ। ਤੇ ਨਿੰਦਾ ਜਿਹੜੀ ਹੈ ਨਾ, ਨਿੰਦਕ ਲੋਕ, ਖੋਟੇ ਲੋਕ, ਉਹ ਇਸੇ ਸੰਸਾਰ ਸਮੁੰਦਰ ਵਿੱਚ ਡੁੱਬੀ ਜਾਂਦੇ। ਤਾਰਨ ਵਾਲੇ ਵੀ ਤੁਸੀਂ ਹੋ ਤੇ ਡੁਬਾਉਣ ਵਾਲੇ ਵੀ ਤੁਸੀਂ ਹੋ। ਕਿਮ ਉਧਾਰ ਤਿਨ ਹੋਏ ਸਕੈ। ਤੇ ਜਿਨ੍ਹਾਂ ਨੂੰ ਤੁਸੀਂ ਡੁਬੋਇਆ ਹੋਵੇ, ਉਹਨਾਂ ਦਾ ਉਧਾਰ ਮਹਾਰਾਜ ਪਾਰ ਉਤਾਰਾ ਭਲਾ ਕਿਵੇਂ ਹੋ ਸਕਦਾ ਹੈ। ਗੋਤੇ ਨਿਤ ਖਾਵੈ। ਤੇ ਗੋਤੇ ਖਾਂਦੇ ਆ ਇਹ ਸੰਸਾਰ ਸਮੁੰਦਰ ਵਿੱਚ। ਗੋਤੇ ਕਹੀਏ ਸਾਧ ਸੰਗਤ ਜੀ, ਲਾਣਤਾਂ ਖਾਂਦੇ ਆ ਸੰਸਾਰ ਸਮੁੰਦਰ ਵਿੱਚ, ਗੋਤੇ ਖਾਂਦੇ ਹਨ। ਪੌਤ ਪੋਤ ਨਾ ਪ੍ਰਾਪਤ ਹੋਤ ਹੈ। ਤੇ ਕਿਸੇ ਤਰ੍ਹਾਂ ਵੀ ਪੋਤ ਜਹਾਜ਼ ਜਿਹੜਾ ਨਾ, ਉਹ ਪ੍ਰਾਪਤ ਨਹੀਂ ਹੁੰਦਾ। ਜਹਾਜ਼ ਕੀ ਸਾਧ ਸੰਗਤ ਜੀ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਤੋ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ, ਉਹਨਾਂ ਤੋਂ ਤੁਸੀਂ ਨਾਮ ਦੂਰ ਕਰ ਦਿੰਦੇ ਹੋ, ਨਾਮ ਦੇ ਲਾਗੇ ਨਹੀਂ ਆਉਣ ਦਿੰਦੇ। ਸੰਸਾਰ 'ਚ ਡੁੱਬੀ ਜਾਂਦੇ, ਜੰਮੀ ਜਾਂਦੇ, ਮਰੀ ਜਾਂਦੇ, ਮਰੀ ਜਾਂਦੇ, ਜੰਮੀ ਜਾਂਦੇ ਆ। ਨਾਮ ਬੇੜਾ, ਤੇ ਨਾਮ ਦਾ ਬੇੜਾ ਤੁਸੀਂ ਦੂਰ ਕੀਤਾ ਹੋਇਆ। ਨਾਮ ਜਪਣ ਨਹੀਂ ਦਿੰਦੇ, ਨਾ ਜਪਿਆ ਜਾਂਦਾ ਹੈ। ਕਿਮ ਤਟ ਪਰ ਆਵੈ। ਤੇ ਮੁਕਤੀ ਰੂਪੀ ਕਿਨਾਰਾ ਭਲਾ ਉਹਨਾਂ ਨੂੰ ਕਿਵੇਂ ਮਿਲੇ, ਜਦੋਂ ਨਾਮ ਰੂਪੀ ਜਹਾਜ਼ ਹੀ ਨਹੀਂ ਜਿਹਨੇ ਮੁਕਤੀ ਰੂਪੀ ਕਿਨਾਰੇ ਤੇ ਲੈ ਕੇ ਜਾਣਾ ਹੈ। ਤੇ ਫਿਰ ਸੰਸਾਰ ਤੇ ਡੁੱਬਦੇ, ਇਹ ਸਮੁੰਦਰ ਹੈ ਨਾ, ਸੰਸਾਰ ਡੁੱਬਣਾ ਨਿਕਲਣਾ ਕੀ ਹੈ, ਜੰਮਣਾ ਮਰਨਾ। ਨਾਮ ਜਹਾਜ਼ ਹੈ ਤੇ ਕਿਨਾਰਾ ਮੁਕਤੀ ਹੈ। ਵਿਰਲੇ ਜਿਹੜੇ ਆ ਮੁਕਤੀ ਰੂਪ ਕਿਨਾਰੇ ਤੇ ਲੱਗ ਜਾਂਦੇ, ਜਿਹੜੇ ਵਾਹਿਗੁਰੂ ਨਾਮ ਦੇ ਜਹਾਜ਼ ਤੇ ਚੜ੍ਹ ਜਾਂਦੇ ਆ। ਜਿਹੜੇ ਨਾਮ ਦੇ ਜਹਾਜ਼ ਤੋਂ ਵਾਂਝੇ ਰਹਿੰਦੇ ਆ ਮਹਾਰਾਜ, ਉਹਨਾਂ ਨੂੰ ਵੀ ਤੁਸੀਂ ਵਾਂਝੇ ਰੱਖਦੇ ਹੋ। ਉਹ ਜੰਮ ਕੇ ਮਰੀ ਜਾਂਦੇ, ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ। ਜਥਾ ਕਿਰਿਆ ਬੋਲਣ ਗਤੀ। ਇਸ ਕਰਕੇ ਜਿਹੋ ਜੀ ਮਹਾਰਾਜ ਮੈਂ ਵੇਖ ਕੇ ਆਇਆ ਨਾ, ਪ੍ਰਿਥੀ ਚੰਦ ਦੀ ਬੋਲਣ ਸ਼ੈਲੀ, ਬੋਲਣ ਦਾ ਲਹਿਜਾ, ਜਿਵੇਂ ਗੰਦੀਆਂ ਮੰਦੀਆਂ ਗਾਲਾਂ ਕੱਢਦਾ, ਭੈੜੇ ਬਚਨ ਬੋਲਦਾ ਹੈ। ਪਾਖੰਡ ਕਰੰਤਾ। ਤੇ ਮਹਾਰਾਜ ਬੜੇ ਪਖੰਡ ਕਰਦਾ ਜੇ। ਗੁਰੂ ਬਣਨ ਵਾਸਤੇ ਬੜੇ ਬੜੇ ਪਾਪੜ ਵੇਲਦਾ। ਉਹ ਤਾਂ ਉੱਥੇ ਆਪਦਾ ਹੀ ਹਰਿਮੰਦਰ ਸਾਹਿਬ ਬਣਾਈ ਬੈਠਾ, ਬੜੇ ਭਾਰੀ ਪਾਪੜ ਵੇਲਦਾ ਆਇਆਂ ਗਿਆਂ ਨੂੰ। ਜੇ ਕੋਈ ਸਮਝਾਉਂਦਾ ਹੈ ਤੇ ਉਹਨੂੰ ਗੰਦੀਆਂ ਗਾਲਾਂ ਜਾਂ ਮੰਦ ਬੋਲਦਾ, ਭੈੜੇ ਸ਼ਬਦ ਬੋਲਦਾ ਗੁੱਸੇ ਵਿੱਚ। ਇਹੋ ਜਿਹੀ ਮੈਂ ਉਹਦੀ ਹਾਲਤ ਵੇਖੀ ਹੈ। ਕਿਮ ਦੁਰਜਨਤਾ ਕਰਤ ਹੈ। ਜਿਵੇਂ ਦੁਰਜਨਤਾ, ਪ੍ਰਿਥੀ ਚੰਦ ਮਹਾਰਾਜ ਜਿਵੇਂ ਖੋਟਪੁਣਾ ਕਰਦਾ ਨਾ, ਭੈੜੇ ਕੰਮ ਕਰਦਾ, ਜਿਸ ਤਰ੍ਹਾਂ
ਜਿਮ ਲੋਭ ਤਰੰਤਾ। ਤੇ ਵੇਖੀਏ ਜਿਵੇਂ ਉਹ ਲੋਭ ਬੜਾ ਰੱਖਦਾ ਹੈ, ਲਾਲਚ ਰੱਖਦਾ ਹੈ ਅੰਦਰ, ਜਿਮ ਪਰਲੋਕ ਮਹਿ ਗਤੀ ਹੋਏ। ਜਿਵੇਂ ਦੀ ਉਸ ਆਪਣੇ ਪ੍ਰਿਥੀ ਚੰਦ ਦੀ ਪਰਲੋਕ ਵਿੱਚ ਹਾਲਤ ਹੋਣ ਵਾਲੀ ਹੈ। ਜਿਮ ਮਨ ਕੋ ਪਾਪੀ। ਤੇ ਜਿਵੇਂ ਮਹਾਰਾਜ ਉਹ ਮਨ ਕਰਕੇ ਬਹੁਤ ਵੱਡਾ ਪਾਪੀ ਵੇਖਣ ਨੂੰ ਮਿਲ ਰਿਹਾ ਹੈ। ਪਰ ਜਸ ਪਰ ਐਸ਼ਵਰਜ ਪਿਖ। ਪਰਾਏ ਦੀ ਸੋਭਾ ਤੇ ਪਰਾਏ ਦੇ ਘਰ ਦੀ ਚੜ੍ਹਤ, ਮਾਇਆ ਧਾਇਆ ਸੋਭਾ ਤੇ ਮਾਇਆ ਹੋਰ ਵਿਭੂਤੀ ਪਰਾਇਆਂ ਦੇ ਘਰ ਵੇਖ ਕੇ, ਪਰਾਇਆਂ ਦੇ ਸੁੱਖ ਵੇਖ ਕੇ। ਜਿਮ ਹਵੈ ਸੰਤਾਪੀ। ਜਿਵੇਂ ਉਹ ਤੁਹਾਡਾ ਭਰਾਤਾ ਪ੍ਰਿਥੀ ਚੰਦ ਸੰਤਾਪੀ ਹੁੰਦਾ, ਬੜਾ ਦੁਖੀ ਹੁੰਦਾ ਹੈ। ਵਾਰ ਕਰੀ ਪਰ ਥਾਏ ਤਿਸ। ਉਹਦੇ ਸਾਰੇ ਲੱਛਣ ਵੇਖ ਕੇ ਨਾ ਸੱਚੇ ਪਾਤਸ਼ਾਹ ਜੀ, ਮੈਂ ਇੱਕ ਆਪਦੀ ਬਾਣੀ ਬਣਾਈ, ਭਾਵ ਇੱਕ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਲਿਖੀਆਂ ਹੋਈਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਇੱਕ ਵਾਰ ਬਣਾਈ ਹੈ, ਗੁਰਬਾਣੀ ਲਿਖੀ, ਪੌੜੀਆਂ ਲਿਖੀਆਂ ਹਨ। ਹੈ ਜਥਾ ਬਿਕਾਰੀ। ਜਿਵੇਂ ਦਾ ਪ੍ਰਿਥੀ ਚੰਦ ਵਿਸ਼ੇ ਵਿਕਾਰ ਭੋਗਣ ਵਾਲਾ ਭੈੜੇ ਕੰਮ ਕਰ ਰਿਹਾ ਨਾ ਮਹਾਰਾਜ, ਹੋਰ ਤਾਂ ਮੈਥੋਂ ਕੁਝ ਸਰਿਆ ਨਹੀਂ। ਤੇ ਜੇ ਤੁਸੀਂ ਪੁੱਛਦੇ ਹੋ ਵੀ ਪ੍ਰਿਥੀ ਚੰਦ ਦਾ ਹੁਣ ਹਾਲ ਕਿਵੇਂ ਆ, ਤੇ ਮੈਂ ਤੁਹਾਨੂੰ ਆ ਵਾਰ ਸੁਣਾ ਦੇਣਾ, ਆਪ ਹੀ ਜਾਣ ਲਿਆ ਜੇ ਸੱਚੇ ਪਾਤਸ਼ਾਹ ਜੀ ਵੀ ਪ੍ਰਿਥੀ ਚੰਦ ਦੀ ਹਾਲਤ ਕੈਸੀ ਹੈ। ਤਿਮ ਬਨਾਏ ਕਰ ਮਗ ਬਿਖੈ। ਮੈਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਉਹ ਪ੍ਰਿਥੀ ਚੰਦ ਦਾ ਸੁਭਾਅ ਤੇ ਉਹਦੀਆਂ ਗੱਲਾਂ ਸੁਣੀਆਂ ਸੀ, ਜਿਹੜੀਆਂ ਸਭ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਰਸਤੇ ਵਿੱਚ ਤੁਰੇ ਆਉਂਦਿਆਂ ਮੈਂ ਇੱਕ ਵਾਰ ਬਣਾਈ ਆ, ਪੌੜੀਆਂ ਬਣਾਈਆਂ ਹਨ। ਲਿਖ ਸੋ ਸੁਣੀਐ ਹੈ ਸਭ ਜਾਣੀਐ ਹੈ। ਆਨੀ ਲਿਖ ਸਾਰੀ, ਉਹ ਮਹਾਰਾਜ ਸਾਰੀ ਲਿਖ ਕੇ ਤੇ ਆਪਦੇ ਨਾਲ ਮੈਂ ਲੈ ਆਂਦੀ ਹੈ। ਮੈਂ ਕਰਾਂ ਉਚਾਰੀ। ਸੋ ਸੁਣੀਐ ਸਭ ਜਾਨੀਐ ਹੈ, ਮੈਂ ਕਰੂੰ ਉਚਾਰੀ। ਮਹਾਰਾਜ ਉਹ ਸਾਰੀ ਦੀ ਸਾਰੀ ਵਾਰ ਸੁਣੋ ਮੈਥੋਂ, ਮੈਂ ਉਚਾਰਨ ਕਰਦਾ। ਲਓ ਮਹਾਰਾਜ ਪ੍ਰਿਥੀ ਚੰਦ ਬਾਰੇ ਪੁੱਛਦੇ ਹੋ ਨਾ, ਆ ਵਾਰ ਲਿਖ ਦਿੱਤੀ, ਆਪ ਹੀ ਸਮਝ ਲਿਆ ਜੇ ਮਹਾਰਾਜ, ਆਪ ਸਿਆਣੇ ਸੁਘੜ ਹੋ। ਜੋ ਪ੍ਰਿਥੀ ਚੰਦ ਦਾ ਹਾਲ ਹੈ ਮੈਂ ਤੁਹਾਨੂੰ ਦੱਸਣ ਲੱਗਿਆ, ਸੁਣਾਉਣ ਲੱਗਿਆ ਵਾਰ ਸਾਰੀ। ਸ਼ੁਭ ਗੁਣ ਜਿਸ ਮਹਿਲੇਸ਼ ਨਹਿ। ਉਹ ਪ੍ਰਿਥੀ ਚੰਦ ਮਹਾਰਾਜ ਸ਼ੁਭ ਗੁਣ, ਜਿਹੜੇ ਚੰਗੇ ਗੁਣ ਆ ਨਾ, ਜਿਸ ਵਿੱਚ ਲੇਸ਼ ਮਾਤਰ ਵੀ ਨਹੀਂ, ਭਾਵ ਥੋੜੇ ਅੰਸ਼ ਮਾਤਰ ਵੀ ਨਹੀਂ ਮਿਲਦੇ ਆ। ਹੰਕਾਰ ਅਫਾਰੀ। ਤੇ ਹੰਕਾਰ ਵਿੱਚ ਸਦਾ ਆਫਰਿਆ ਰਹਿਣ ਵਾਲਾ ਹੈ। ਦੋਹਰਾ ਹੈ 36ਵੀਂ ਵਾਰ ਜੋ। ਤੋ ਸਾਧ ਸੰਗਤ ਜੀ 36ਵੀਂ ਵਾਰ ਜਿਹੜੀ ਭਾਈ ਗੁਰਦਾਸ ਜੀ ਦੀਆਂ ਜਿੰਨੀਆਂ 41-42 ਵਾਰਾਂ ਹੈ, ਉਹ ਵਾਰ ਦੇ ਵਿੱਚ ਜਿਹੜੀ 36ਵੀਂ ਵਾਰ ਹੈ ਨਾ, ਉਹ ਭਾਈ ਗੁਰਦਾਸ ਜੀਆਂ ਜਦੋਂ ਪ੍ਰਿਥੀ ਚੰਦ ਨਾਲ ਸੁਲਾਹ ਕਰਾਉਣ ਵਾਸਤੇ ਗਏ ਹੈ, ਪ੍ਰਿਥੀ ਚੰਦ ਦੇ ਭੈੜੇ ਬੋਲ ਕਬੋਲ ਸੁਣ ਕੇ ਪ੍ਰਿਥੀ ਚੰਦ ਤੇ ਫਿਰ ਸਾਰੀ ਵਾਰ ਲਿਖੀ। ਹੁਣ ਵੀ ਪੜ੍ਹੋ ਤੇ ਉਹ ਪ੍ਰਿਥੀ ਚੰਦ ਦਾ ਸੁਭਾਅ ਆਪਾਂ ਨੂੰ ਆਪੇ ਹੀ ਪਤਾ ਲੱਗ ਜਾਂਦਾ ਵਾਰ ਪੜ੍ਹ ਕੇ ਵੀ ਉਹ ਕਿਹੋ ਜਿਹਾ ਸੀਗਾ। ਭਾਈ ਗੁਰਦਾਸ ਜੀ ਦੀ ਕਵੀ ਜੀ ਕਹਿੰਦੇ 36ਵੀਂ ਵਾਰ ਹੈ ਭਾਈ ਜਿਹੜੀ, ਉਹ ਪ੍ਰਿਥੀ ਚੰਦ ਤੇ ਲਿਖੀ ਹੈ। ਗਿਰਾ ਕਰੀ ਗੁਰਦਾਸ। ਇਹ ਬਾਣੀ ਬਣਾ ਦਿੱਤੀ ਭਾਈ ਗੁਰਦਾਸ ਜੀਆਂ ਵਾਰਾਂ ਵਿੱਚ 36ਵੀਂ ਵਾਰ ਵਿੱਚ ਪ੍ਰਿਥੀ ਚੰਦ ਦੀ ਵਾਰ ਦਰਜ ਕੀਤੀ ਹੈ। ਲੱਗਿਓ ਸੁਨਾਵਨ ਖੋਟ ਤਿਹ। ਉਹ ਵਾਰ ਸੁਣਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਭਾਈ ਸਾਹਿਬ ਜੀ ਪ੍ਰਿਥੀ ਚੰਦ ਦੀ ਖੁਟਿਆਈ ਸੁਣਾਉਣ ਲੱਗੇ ਹਨ। ਸ਼੍ਰੀ ਸਤਿਗੁਰ ਕੇ ਪਾਸ। ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਖੜੇ ਹੋ ਗਏ ਭਾਈ ਗੁਰਦਾਸ ਜੀ, ਤੇ ਹੁਣ ਸੁਣਾਉਂਦੇ ਵਾਰ ਦੇ ਤਾਈ। ਨਿਸ਼ਾਨੀ ਛੰਦ ਕਾਲੇ ਮੁਖ ਮੀਨਾ ਭਇਓ। ਤੋ ਮਹਾਰਾਜ ਨੂੰ ਕਹਿੰਦੇ ਭਾਈ ਗੁਰਦਾਸ ਜੀ ਸੁਣੋ, ਮਹਾਰਾਜ ਪ੍ਰਿਥੀ ਚੰਦ ਦੇ ਪੁੱਛਦੇ ਹੋ ਨਾ, ਕਾਲੇ ਮੁਖ ਮੀਣਾ ਪਇਓ। ਮਹਾਰਾਜ ਮੂੰਹ ਕਾਲਾ ਹੋ ਗਿਆ ਪ੍ਰਿਥੀ ਚੰਦ ਦਾ, ਨਿੰਦਾ ਕਰ ਕਰਕੇ ਤੁਹਾਡੀ ਸੰਸਾਰ ਦੀ ਨਿੰਦਾ ਤੇ ਦਾਗ ਨਿੰਦਾ ਦੇ ਮੂੰਹ ਤੇ ਲਵਾ ਲਏ ਹੈ। ਉਹਦਾ ਮੂੰਹ ਕਾਲਾ ਹੋ ਗਿਆ ਪ੍ਰਿਥੀ ਚੰਦ ਦਾ। ਤੇ ਮਹਾਰਾਜ ਜਿਵੇਂ ਮੀਣਾ ਬਲਦ ਹੁੰਦਾ ਨਾ ਢੱਗਾ, ਉਹ ਮੀਣਾ ਹੋ ਗਿਆ ਹੈ। ਸਦਾ ਹੀ ਭਾਵ ਕੇ ਘੋੜਾਇਆਂ ਦਾ ਕੋਈ ਸਤਿਕਾਰ ਨਹੀਂ, ਉਲਟਾ ਤਿਸਕਾਰ ਕਰਦਾ ਹੈ, ਨਿਰਾਦਰ ਕਰਦਾ ਹੈ, ਮੀਣ ਢੱਗੇ ਵਾਂਗੂ ਮਾਰਦਾ ਹੈ। ਪ੍ਰਿਥੀ ਚੰਦ ਮੀਣਾ ਹੋ ਬੈਠਾ ਹੈ। ਬੜ ਦੰਭ ਕਮਾਵੇ। ਤੇ ਬੜਾ ਪਖੰਡ ਕਮਾਉਣ ਵਾਲਾ ਹੈ। ਭੇਖ ਬਾਕ ਸ਼ੁਭ ਮੋਰ ਕੇ। ਤੇ ਵੇਖ ਜਿਵੇਂ ਮੋਰ ਦਾ ਵੇਖ ਹੁੰਦਾ ਨਾ, ਮੋਰ ਵਾਂਗੂ ਬੋਲਣ ਵਿੱਚ ਮਿੱਠਾ ਰਹਿੰਦਾ। ਜਦੋਂ ਮਤਲਬ ਹੁੰਦਾ ਨਾ ਮਹਾਰਾਜ ਪ੍ਰਿਥੀ ਚੰਦ ਨੂੰ, ਉਦੋਂ ਮਿੱਠੀਆਂ ਗੱਲਾਂ ਕਰਦਾ, ਜਿਵੇਂ ਮੋਰ ਦੀ ਆਵਾਜ਼ ਬਹੁਤ ਮਿੱਠੀ ਹੁੰਦੀ ਹੈ। ਜੀਵਨ ਚੁਨ ਖਾਵੇ। ਪਰ ਵਾਸਤੇ ਵਿੱਚ ਮੋਰ ਜਿੰਨਾ ਮਰਜ਼ੀ ਸੋਹਣਾ ਮਿੱਠਾ ਬੋਲਦਾ, ਖਾਂਦਾ ਤਾਂ ਕੀੜੇ ਮਕੌੜੇ ਇਹਨਾਂ, ਉਹਨਾਂ ਦਾ ਲਿਹਾਜ਼ ਨਹੀਂ ਨਾ ਰੱਖਦਾ, ਤਰਸ ਨਹੀਂ ਹੈ ਉਹਨੂੰ ਮੋਰ ਨੂੰ। ਇਸ ਤਰ੍ਹਾਂ ਮਹਾਰਾਜ ਪ੍ਰਿਥੀ ਚੰਦ ਨੂੰ ਜਦੋਂ ਤਾਂ ਹੁੰਦਾ ਮਤਲਬ, ਉਦੋਂ ਤਾਂ ਮਿੱਠੇ ਵਚਨ ਬੋਲਦਾ, ਮੈਨੂੰ ਵੀ ਮਾਮਾ ਜੀ ਕਰਦਾ ਰਿਹਾ ਬਹੁਤ ਸਮਾਂ। ਤੇ ਜਦੋਂ ਕੋਈ ਢੰਗ ਦੀ ਗੱਲ ਕਰੋ, ਫਿਰ ਜਿਵੇਂ ਮੋਰ ਕੀੜੇ ਖਾਣ ਵਾਲੀ ਗੱਲ ਹੈ,
ਔਗਣਾ 'ਚ ਹੀ ਰੁੱਝਾ ਰਹਿੰਦਾ, ਪਾਪਾਂ ਵਿੱਚ ਕੋਈ ਸ਼ੁਭ ਗੁਣ ਧਾਰਦਾ ਨਹੀਂ, ਕਿਸੇ ਦੀ ਗੱਲ ਨਹੀਂ ਸੁਣਦਾ ਹੈ। ਮੋਰ ਵਾਂਗੂ ਵੇਖਣ ਨੂੰ ਸੋਹਣਾ ਹੈ ਤੇ ਕਰਤੂਤਾਂ ਦਾ ਮਾੜਾ ਹੈ। ਗਿਆਨਹੀਨ ਗੁਰ ਬਨਤ ਹੈ। ਗਿਆਨ ਤੋਂ ਹੀਣਾ, ਗਿਆਨ ਉਹਦੇ ਪੱਲੇ ਕੱਖ ਨਹੀਂ, ਤੇ ਮਹਾਰਾਜ ਤੁਹਾਡੀ ਬਰਾਬਰੀ ਕਰਦਾ ਹੈ, ਗੁਰੂ ਬਣ ਬਣ ਕੇ ਬਹਿੰਦਾ ਹੈ। ਕੋ ਨਮੋ ਨਠਾਨੇ। ਪਰ ਕੋਈ ਵੀ ਇਹਦੇ ਔਗਣ ਵੇਖ ਕੇ ਸਿੱਖ ਇਹਦੇ ਚਰਨੀ ਮੱਥਾ ਨਹੀਂ ਟੇਕਦਾ ਹੈ। ਖੋਟੀ ਸੰਗਤ ਮੀਣਿਆ। ਇਹ ਤਾਂ ਮੀਣਿਆਂ ਦੀ ਖੋਟੀ ਸੰਗਤ ਮਹਾਰਾਜ ਸਾਰੀ ਇਕੱਠੀ ਰਲੀ ਹੋਈ ਹੈ। ਗੁਰ ਨਿੰਦ ਬਖਾਨੈ। ਤੇ ਗੁਰੂ ਦੀ ਨਿੰਦਾ ਕਰਦੇ ਆ ਸਾਰੇ ਮਹਾਰਾਜ, ਮੀਣੇ ਰਲੇ ਹੋਏ ਖੋਟੀ ਸੰਗਤ ਮੀਣਿਆਂ ਦੀ, ਪ੍ਰਿਥੀ ਚੰਦ ਦੇ ਚੇਲੇ ਚਾਟੜਿਆਂ ਦੀ। ਇਹਨਾਂ ਨੂੰ ਸਾਧ ਸੰਗਤ ਦੀ ਮੀਣਿਆਂ ਦਾ ਦਰਜਾ ਭਾਈ ਗੁਰਦਾਸ ਜੀ ਨੇ ਦਿੱਤਾ ਸੀ। ਪ੍ਰਿਥੀ ਚੰਦ ਕੇ ਜਿਹੜੇ ਇਹਨਾਂ ਦੀ ਗੱਦੀ ਚੱਲੀ ਸੀ ਨਾ, ਪ੍ਰਿਥੀ ਚੰਦ ਨੇ ਮੁੜ ਕੇ ਮਿਹਰਬਾਨ ਨੂੰ ਅੱਗੇ ਕਰ ਦਿੱਤਾ ਸੀ। ਉਹ ਸਾਰਾ ਜਿਹੜਾ ਇਹ ਪ੍ਰਿਥੀ ਚੰਦ ਦਾ ਲੁੰਗ ਲਾਉਣਾ ਸੀ, ਇਹਦੇ ਚੇਲੇ ਚਾਟੜੇ ਆਪਦਾ ਹੀ ਧਰਮ ਪੰਥ ਚਲਾ ਰਹੇ ਸੀ। ਉਹ ਤਾਂ ਹੀ ਹੁਣ ਪੰਜ ਸਿੰਘ ਜਦੋਂ ਅੰਮ੍ਰਿਤ ਛਕਾਉਂਦੇ ਕਹਿੰਦੇ ਉਹ ਮੀਣਿਆਂ ਦਾ ਨਾਂ ਲੈਂਦੇ ਵਿੱਚ ਵੀ ਮੀਣਿਆਂ ਦਾ ਵਸਾ ਨਹੀਂ ਖਾਣਾ। ਉਹ ਮੀਣੇ ਪ੍ਰਿਥੀ ਚੰਦ ਕੇ ਆ, ਇਹਨਾਂ ਦਾ ਮੀਣੇ ਨਾਮ ਜਿਹੜਾ ਨਾ ਭਾਈ ਗੁਰਦਾਸ ਜੀ ਨੇ ਰੱਖਿਆ ਸੀ। ਕਹਿੰਦੇ ਮਹਾਰਾਜ ਇਹ ਮੀਣਿਆਂ ਦਾ ਪੰਥ ਹੈ। ਪ੍ਰਿਥੀ ਚੰਦ ਕੇ ਸਾਰੇ ਰਲ ਕੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਨਿੰਦਾ ਕਰਦੇ ਹਨ। ਦੁਰਮਤ ਜੀਵਤ ਕਰਤ ਹੈ। ਜਿਉਂਦੇ ਜੀ ਜਿੰਨਾ ਚਿਰ ਖੋਟੇ ਕੰਮ ਹੀ ਕਰਦੇ ਆ, ਅੱਗੇ ਵੀ ਕਰਦੇ ਰਹਿਣਗੇ। ਜਬ ਗਹਿ ਜਮ ਮਾਰੇ। ਤੇ ਜਦੋਂ ਜਮ ਫੜ ਲੈਣਗੇ ਨਾ, ਫੜ ਕੇ ਇਹਨਾਂ ਦੇ ਕੀਤੇ ਕੰਮਾਂ ਦੀ ਸਜ਼ਾ ਦੇਣਗੇ, ਜਮ ਦਾ ਦੰਡ ਪਵੇਗਾ। ਕੂੜ ਕੁਪੱਤਾ ਹੋਹੇਗੋ। ਉਦੋਂ ਕੂੜ ਝੂਠੇ ਹੋਣਗੇ, ਮੂੰਹ ਕਾਲੇ ਹੋਣਗੇ ਉਸ ਪਰਮੇਸ਼ਰ ਦੇ ਸੱਚੇ ਘਰ ਅੰਦਰ। ਕੁਪੱਤੇ ਭਾਵ ਪੱਤ ਦੀ ਖੋਟੇ ਭਾਵ ਨਿਪੱਤੇ ਹੋ ਜਾਣਗੇ, ਪੱਤ ਤੋਂ ਰਹਿਤ ਹੋ ਜਾਣਗੇ, ਬੇਪੱਤੇ ਹੀ। ਦੁੱਖ ਸਹਿ ਕਰਾਰੇ। ਤੇ ਬੜੇ ਕਰਾਰੇ ਦੁੱਖ ਸਹਿਣਗੇ, ਜਮ ਜਮ ਕੇ ਮਰਿਆ ਕਰਨਗੇ। ਮੀਣਿਆਂ ਦੀ ਇਹ ਹਾਲਤ ਹੋਵੇਗੀ। ਇਤਿਆਦਿਕ ਜਿਸ ਮੈਂ ਕਹਿਓ। ਇਸ ਤੋਂ ਆਦਿਕ ਹੋਰ ਕਵੀ ਜੀ ਕਹਿੰਦੇ ਬੜੇ ਸ਼ਬਦ ਜਿਹੜੇ ਨਾ ਪੌੜੀਆਂ ਬਣਾ ਬਣਾ ਕੇ, ਪੰਕਤੀਆਂ ਬਣਾ ਬਣਾ ਕੇ ਉਹ 36ਵੀਂ ਵਾਰ ਵਿੱਚ ਭਾਈ ਗੁਰਦਾਸ ਜੀਆਂ ਕੀਤੀਆਂ ਹਨ। ਸਭ ਵਾਰ ਸੁਣਾਈ। ਉਹ ਸਾਰੀ ਦੀ ਸਾਰੀ ਵਾਰ ਆ ਨਾ ਖਾਲਸਾ ਜੀ ਭਾਈ ਗੁਰਦਾਸ ਜੀਆਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸੁਣਾ ਦਿੱਤੀ ਹੈ। ਨਹਿ ਮਨ ਹੈ ਸ੍ਰੀ ਗੁਰੂ ਜੀ। ਆਖਿਆ ਹੈ ਗੁਰੂ ਅਰਜਨ ਦੇਵ ਮਹਾਰਾਜ, ਮੈਂ ਗਿਆ ਸੀ ਤੁਹਾਡੇ ਕਹੇ ਤੇ, ਪਰ ਪ੍ਰਿਥੀ ਚੰਦ ਨੇ ਇੱਕ ਨਹੀਂ ਸੁਣੀ ਮੰਨੀ ਹੈ। ਸੋ ਦੁਸ਼ਟ ਵਡਾਈ। ਉਹ ਤਾਂ ਵੱਡਾ ਹੀ ਦੁਸ਼ਟ ਬਣਿਆ ਬੈਠਾ, ਬੜਾ ਪਾਪੀ ਬਣ ਚੁੱਕਾ ਹੈ। ਸਿਕਤ ਸੁਨਾਈ ਨਹਿ ਮਨ ਹੈ। ਮਹਾਰਾਜ ਮੈਂ ਬੜੀਆਂ ਦ੍ਰਿਸ਼ਟਾਂਤ ਪ੍ਰਮਾਣ ਦੇ ਦੇ ਕੇ ਉਹਨੂੰ ਗੱਲਾਂ ਕਹੀਆਂ, ਪਰ ਉਸ ਮੂਰਖ ਨੇ ਮੇਰੀ ਇੱਕ ਵੀ ਨਹੀਂ ਜਿਹੜੀ ਵੈ ਗੱਲ ਸੁਣੀ। ਸਿਕਤਾ ਮਹਿ ਤੇ ਯਤਨ ਕਰ। ਮਹਾਰਾਜ ਮੈਂ ਬਹੁਤ ਜ਼ੋਰ ਲਾਇਆ। ਪ੍ਰਿਥੀ ਚੰਦ ਦੀ ਤਾਂ ਉਹ ਹਾਲ ਹੈ ਮਹਾਰਾਜ, ਪ੍ਰਿਥੀ ਚੰਦ ਨਹੀਂ ਮੰਨਦਾ। ਬੇਸ਼ੱਕ ਸਿਕਤਾ ਨਾਮ ਰੇਤੇ ਦਾ, ਜੇ ਕੋਈ ਰੇਤੇ ਨੂੰ ਪੀੜੇ, ਰੇਤੇ ਨੂੰ ਨੱਪੇ, ਹੋ ਸਕਦਾ ਰੇਤੇ ਦੇ ਵਿੱਚੋਂ ਤੇਲ ਨਿਕਲ ਆਵੇ। ਤੇਲ ਜੋ ਨਿਕਸਾਵੇ। ਵੀ ਭਾਵੇਂ ਹੋ ਸਕਦਾ ਕੋਈ ਜ਼ੋਰ ਲਾਵੇ ਤੇ ਰੇਤੇ ਚੋਂ ਤਾਂ ਭਾਵੇਂ ਤੇਲ ਨਿਕਲ ਆਵੇ ਮਹਾਰਾਜ, ਪਰ ਪ੍ਰਿਥੀ ਚੰਦ ਨਹੀਂ ਜੇ ਕਿਸੇ ਦੀ ਗੱਲ ਸੁਣਦਾ ਮੰਨਦਾ। ਕਮਠ ਪੀਠ ਪਰ ਭਾਂਤ ਕੇਸ। ਮਹਾਰਾਜ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਕੋਈ ਕਵੇ ਨਾ ਵੀ ਕੱਛੂ ਕੁੰਮੇ ਦੀ ਪਿੱਠ ਦੇ ਉੱਪਰ ਬਹੁ ਬਾਰ ਜਮਾਵੇ। ਬੜੇ ਵਾਲ ਜਿਹੜੇ ਮੈਂ ਉਗਾ ਦਿਆਂਗਾ। ਭਾਵ ਕੱਛੂ ਕੁੰਮੇ ਦੀ ਪਿੱਠ ਤੇ ਮਰ ਜੋ ਕਰੜੀ ਹੁੰਦੀ ਨਾ, ਹੁੰਦਾ ਤਾਂ ਪੱਥਰ ਜਿਹਾ ਹੀ ਆ, ਉੱਥੇ ਵਾਲ ਕਿੱਥੋਂ। ਭਾਈ ਗੁਰਦਾਸ ਜੀ ਤਰੀਕੇ ਨਾਲ ਇਹ ਜਣਾ ਰਿਹਾ ਵੀ ਮਹਾਰਾਜ ਵੀ ਦਿਨ ਰਾਤ ਹੋ ਸਕਦਾ, ਰਾਤ ਦਿਨ, ਪੂਰਬ ਪੱਛਮ। ਸੂਰਜ ਜਿਹੜਾ ਪੱਛਮ ਚੋਂ ਚੜ੍ਹ ਪਵੇ ਤੇ ਪੂਰਬ ਵਿੱਚ ਛੁਪ ਜਾਵੇ, ਇਹ ਤਾਂ ਸੱਚ ਮੰਨ ਸਕਦੇ ਆ। ਪਰ ਮਹਾਰਾਜ ਪ੍ਰਿਥੀ ਚੰਦ ਇੱਥੇ ਆ ਜਾਵੇਗਾ, ਤੁਹਾਡੇ ਨਾਲ ਸੁਲ੍ਹਾ ਕਰ ਲਵੇਗਾ, ਇਹ ਗੱਲ ਨਹੀਂ ਮੰਨਣ ਚਾਹੁੰਦੀ। ਕੱਛੂ ਕੁੰਮੇ ਦੀ ਪਿੱਠ ਤੇ ਵਾਲ ਤਾਂ ਉੱਗ ਸਕਦੇ ਆ, ਪਰ ਮਹਾਰਾਜ ਪ੍ਰਿਥੀ ਚੰਦ ਉਹ ਮਨ ਦਾ ਸਾਫ਼ ਨਹੀਂ ਜੇ ਕਦੇ ਹੋ ਸਕਦਾ। ਸਿਰ ਪਰ ਰਾਸ਼ਬ ਸਸੇ ਕੇ। ਤੇ ਇਹ ਜਾਣ ਲਓ ਮਹਾਰਾਜ ਸੱਚੇ ਪਾਤਸ਼ਾਹ ਜੀ, ਗਧੇ ਦੇ ਤੇ ਸਹੇ ਦੇ ਸਿਰ ਦੇ ਵਿੱਚ ਜਿਸ ਤਰ੍ਹਾਂ ਕੋਈ ਉਗਵਾਏ ਵਿਖਾਨਾ ਸਿੰਘ ਉਗਾ ਦੇਵੇ। ਕੋਈ ਕਵੇ ਨਾ ਵੀ ਮੈਂ ਸਹੇ ਦੇ ਸਿਰ ਵਿੱਚ ਸਿੰਘ ਉਗਾ ਦਿਆਂਗਾ, ਗਧੇ ਦੇ ਸਿਰ ਤੇ ਸਿੰਘ ਉੱਗ ਪੈਣਗੇ, ਤੇ ਮਹਾਰਾਜ ਮੈਂ ਉਹ ਵੀ ਗੱਲ ਮੰਨ ਲਵਾਂਗੇ ਵੀ ਹੋ ਸਕਦਾ ਗਧੇ ਦੇ ਸਿਰ ਤੇ ਵੀ ਸਿੰਘ ਉੱਗ ਪੈਣ, ਸਹੇ ਦੇ ਸਿਜੜ ਦੇ ਸਿਰ ਤੇ ਵੀ ਸਿੰਘ ਉੱਗ ਪੈਣ। ਪਰ ਮਹਾਰਾਜ ਜੀ ਜੇ ਕੋਈ ਆਖੇ ਨਾ ਵੀ ਪ੍ਰਿਥੀ ਚੰਦ ਸਿਆਣਾ ਬਣ ਗਿਆ, ਮੈਂ ਗਧੇ ਦੇ ਸਿੰਘਾਂ ਵਾਲੀ ਗੱਲ ਤਾਂ ਸੱਚੀ ਮੰਨ ਲਵਾਂਗਾ, ਪਰ ਪ੍ਰਿਥੀ ਚੰਦ ਦੇ ਸਿਆਣਾ ਹੋਣ ਵਾਲੀ ਗੱਲ ਵਿੱਚ ਸੱਚ ਨਹੀਂ ਜੇ ਆਉਣਾ।
ਇਹੋ ਜਿਹਾ ਮੈਂ ਹਾਲ ਵੇਖ ਕੇ ਆਇਆ ਹਾਂ। ਤਉ ਦੁਸ਼ਟਨ ਕੇ ਹਿਰਦੇ ਮਹਿ ਇਹ ਪ੍ਰਿਥੀ ਚੰਦ ਵਰਗੇ ਜਿਹੜਾ ਮੀਣਿਆਂ ਦਾ ਲਾਣਾ ਹੈ, ਇਹਨਾਂ ਦੇ ਹਿਰਦੇ ਦੇ ਅੰਦਰ ਗੁਣ ਕਰਹਿ ਮਹਾਨਾ। ਗੁਣ ਮਹਾਨ ਨਹੀਂ ਕਦੇ ਹੋ ਸਕਦੇ। ਕੋਈ ਆਖੇ ਵੀ ਪ੍ਰਿਥੀ ਚੰਦ ਸਿਆਣਾ ਹੋ ਗਿਆ, ਮਹਾਰਾਜ ਮੈਂ ਨਹੀਂ ਮੰਨ ਸਕਦਾ। ਗਧੇ ਦੇ ਸਿਰ ਤੇ ਸਿੰਘ ਮੰਨ ਸਕਦਾ ਮੈਂ, ਮਹਾਰਾਜ ਕੱਛੂ ਦੀ ਪਿੱਠ ਤੇ ਵਾਲ ਤਾਂ ਮੈਂ ਮੰਨ ਸਕਦਾ ਵੀ ਉੱਗ ਪਏ ਐ, ਪਰ ਪ੍ਰਿਥੀ ਚੰਦ ਸਿਆਣਾ ਬਣ ਗਿਆ, ਮਹਾਰਾਜ ਇਹ ਨਹੀਂ ਜੇ ਮੰਨਿਆ ਜਾਣਾ। ਰੇਤੇ 'ਚੋਂ ਤੇਲ ਵੀ ਨਿਕਲ ਸਕਦਾ ਹੈ, ਪਰ ਪ੍ਰਿਥੀ ਚੰਦ ਦੇ ਮਨ ਦੇ ਵਿੱਚੋਂ ਮੈਲ ਨਹੀਂ ਜੇ ਨਿਕਲ ਸਕਦੀ। ਜੇ ਸਰਪਣ ਮਨ ਮ੍ਰਿਦਲਤਾ ਜੇ ਮਾਨੋ ਵੀ ਸੱਪ ਜਿਹੜਾ ਹੋਵੇ, ਸੱਪ ਆਪਦੇ ਆਪ ਬਹੁਤ ਮ੍ਰਿਦਲਤਾ, ਜੇ ਕੋਈ ਮੈਨੂੰ ਆਖੇ ਵੀ ਸੱਪ ਬੜਾ ਕੂਲੇ ਸੁਭਾਅ ਦਾ ਹੋ ਗਿਆ, ਉਹਨੇ ਡੰਗ ਮਾਰਨਾ ਛੱਡ ਦਿੱਤਾ ਹੈ, ਕਿਉਂ ਹੋਏ ਜਾਈ। ਕਿਸੇ ਤਰ੍ਹਾਂ ਜੇ ਹੋ ਵੀ ਜਾਵੇ, ਵੈਸੇ ਮਹਾਰਾਜ ਸੱਪ ਆਪਦਾ ਡੰਗ ਮਾਰਨਾ, ਮਨ ਦਾ ਕਠੋਰਤਾਈ ਕ੍ਰੋਧ ਸਾੜਾ ਨਹੀਂ ਸੱਪ ਕਦੇ ਛੱਡ ਸਕਦਾ। ਪਰ ਇਹ ਵੀ ਜਾਣਦਾ ਵੀ ਹੋ ਸਕਦਾ ਹੈ ਸੱਪ ਵੀ ਆਪਦੇ ਮਨ ਦੀ ਜ਼ਹਿਰ ਛੱਡ ਦੇਵੇ, ਸਾੜਾ ਛੱਡ ਦੇਵੇਗਾ। ਤਉ ਦੁਸ਼ਟਨ ਕੇ ਸਰਲਤਾ ਪਰ ਪ੍ਰਿਥੀ ਚੰਦ ਵਰਗੇ ਜਿਹੜੇ ਦੁਸ਼ਟਾਂ ਨਾਲ ਮਹਾਰਾਜ, ਇਹਨਾਂ ਦੇ ਮਨ ਵਿੱਚ ਸਫਾਈ ਜਿਹੜੀ ਆਉਣੀ ਹੈ, ਔਰ ਮਹਿ ਉਪਜਾਈ। ਇਹ ਮਹਾਰਾਜ ਨਹੀਂ ਹੋ ਸਕਦੀ। ਇਹ ਤਾਂ ਐ ਆ ਵੀ ਕੋਈ ਕਵੇ ਸੱਪ ਨੇ ਜ਼ਹਿਰ ਛੱਡ ਦਿੱਤੀ, ਸਾਪ ਕੁੰਜ ਛੋਡਾ ਬਿਖ ਨਹੀਂ ਛੱਡ। ਗੁਰਬਾਣੀ ਦਾ ਫਰਮਾਨ ਹੈ, ਸੱਪ ਕੁੰਜ ਲਾ ਦਿੰਦਾ ਹੈ ਪਰ ਜ਼ਹਿਰ ਨਹੀਂ ਨਾ ਛੱਡਦਾ। ਮਹਾਰਾਜ ਪ੍ਰਿਥੀ ਚੰਦ ਜ਼ਹਿਰ ਨਹੀਂ ਛੱਡੇਗਾ ਮਨ ਦੀ ਕਦੇ ਵੀ। ਆਵਹਿ ਬ੍ਰਹਮਾ ਆਪ ਪੀ ਬਾਕੀ ਮਹਾਰਾਜ ਮੈਂ ਤਾਂ ਕੀ, ਜੇਕਰ ਉਹ ਦੇਵਤਾ ਸਾਰਿਆਂ ਤੋਂ ਸ਼੍ਰੇਸ਼ਟ ਬ੍ਰਹਮਾ ਵੀ ਧਰਤੀ ਤੇ ਆ ਜਾਵੇ, ਕੋਟਿਲੰ ਸਮਝਾਵੈ। ਇਹ ਟੇਢੇ ਪ੍ਰਿਥੀ ਚੰਦ ਵਰਗਿਆਂ ਨੂੰ ਬ੍ਰਹਮਾ ਆਪ ਆ ਕੇ ਸਮਝਾਉਣ ਲੱਗ ਪਵੇ, ਤਉ ਨ ਤਜ ਹੈ ਮੂੜਤਾ। ਤਾਂ ਵੀ ਪ੍ਰਿਥੀ ਚੰਦ ਵਰਗੇ ਆਪਦੀ ਮੂਰਖਤਾਈ ਵੈਰ ਈਰਖਾ ਨਹੀਂ ਛੱਡਣਗੇ। ਗੁਣ ਮੰਨ ਲਿਆਵੈ ਨਹਿ ਗੁਣ ਮੰਨ ਲਿਆ ਮੈਂ, ਗੁਣ ਜਿਹੜੇ ਉਹ ਮਨ ਵਿੱਚ ਨਹੀਂ ਲਿਆਉਣਗੇ। ਪ੍ਰਿਥੀ ਚੰਦ ਵਰਗੇ ਮਹਾਰਾਜ ਬ੍ਰਹਮਾ ਆਪ ਵੀ ਆ ਕੇ ਸਮਝਾਵੇ ਨਾ ਸੱਚੇ ਪਾਤਸ਼ਾਹ ਦੀ, ਤਾਂ ਵੀ ਪ੍ਰਿਥੀ ਚੰਦ ਵਰਗੇ ਗੁਣ ਨਹੀਂ ਮਨ ਵਿੱਚ ਲਿਆ ਸਕਦੇ, ਕਦੇ ਗੁਣ ਨਹੀਂ ਧਾਰਨ ਕਰਨਗੇ, ਔਗਣਾ ਵਿੱਚ ਡੁੱਬੇ ਰਹਿਣਗੇ। ਮੈਂ ਬਹਾਬਾਰੀ ਬਿਨੈ ਕਰ ਮਹਾਰਾਜ ਮੈਂ ਬੜੀ ਵਾਰ ਪ੍ਰਿਥੀ ਚੰਦ ਨੂੰ ਬੇਨਤੀਆਂ ਕੀਤੀਆਂ, ਮੈਂ ਉੱਥੇ ਰਾਤ ਰਹਿ ਕੇ ਪ੍ਰਿਥੀ ਚੰਦ ਅੱਗੇ ਬੜੇ ਹੱਥ ਜੋੜੇ, ਵੱਡਾ ਸਾਂ ਤਾਂ ਵੀ ਉਹਦੇ ਅੱਗੇ ਬੇਨਤੀਆਂ ਕੀਤੀਆਂ ਹਨ। ਬੰਦੇ ਜੁਗ ਪਾਨਾ ਤੇ ਦੋਵੇਂ ਹੱਥ ਬੰਨੇ ਵੀ ਪ੍ਰਿਥੀ ਚੰਦ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਸੁਲਾ ਕਰ ਲੈ, ਨਾ ਤੂੰ ਦਿੱਲੀ ਦੇ ਦਰਬਾਰ ਨੂੰ ਜਾ, ਨਾ ਆਪਣੀ ਇੱਜ਼ਤ ਪੈਜ ਆਪ ਹੀ ਗਵਾ, ਨਾ ਆਪਣੇ ਸੋਢੀਆਂ ਦੀ ਕੁੱਲ ਦੇ ਵਿੱਚ ਕਲੰਕ ਬਣ ਕੇ ਪੈਦਾ ਹੋ, ਸਿਆਣਾ ਬਣ। ਮਹਾਰਾਜ ਮੈਂ ਬੜਾ ਜ਼ੋਰ ਪਾਇਆ ਹੈ ਸੀ, ਹੱਥ ਜੋੜੇ ਬੇਨਤੀਆਂ ਕੀਤੀਆਂ। ਕਰਹਾ ਮੇਲ ਤਜ ਬੈਰ ਕੋ ਆਖਿਆ ਵੈਰ ਛੱਡ ਦੇ ਪੁੱਤਰ ਪ੍ਰਿਥੀ ਚੰਦ, ਇੱਕੋ ਹੀ ਬਾਪ ਦੇ ਇੱਕੋ ਹੀ ਮਾਂ ਦੇ ਤੁਸੀਂ ਪੁੱਤਰ ਹੋ, ਸਾਹਿਬਜ਼ਾਦੇ ਹੋ, ਇਹ ਜਾਣ ਕੇ ਵੈਰ ਛੱਡ ਦੇਣਾ ਕਰ। ਇੱਕ ਕਹਿਓ ਨ ਮਾਨਾ ਪਰ ਮਹਾਰਾਜ ਬਹੁਤੀਆਂ ਕੀ, ਮੇਰੀ ਇੱਕ ਗੱਲ ਤੱਕ ਨਹੀਂ ਮੰਨੀ ਪ੍ਰਿਥੀ ਚੰਦ ਨੇ। ਉਲਟੋ ਗਾਰ ਨਿਕਾਰ ਤੋ ਤੇ ਉਲਟਾ ਸੱਚੇ ਪਾਤਸ਼ਾਹ ਜੀ ਮੈਨੂੰ ਗਾਲਾਂ ਕੱਢਣ ਲੱਗਿਆ ਜਦੋਂ ਸਮਝਾਇਆ ਨਾ ਮੈਂ। ਜੇ ਕੋਈ ਸਿਆਣੀ ਗੱਲ ਕਰਦਾ, ਐਡਾ ਵਿਗੜਿਆ ਹੋਇਆ ਮੂਰਖ ਪ੍ਰਿਥੀ ਚੰਦ ਅੱਗੋਂ ਭੈੜੇ ਸ਼ਬਦ ਬੋਲਦਾ, ਭੱਦੀ ਸ਼ਬਦਾਵਲੀ ਵਰਤਦਾ ਹੈ, ਗਾਲਾਂ ਕੱਢਦਾ ਗਿਆਨ ਦੇ ਤਾਈਂ। ਬਾਹ ਕਹਿ ਸੋ ਕਠੋਰਾ ਤੇ ਬੜੇ ਹੋਰ ਵੀ ਤਰ੍ਹਾਂ ਦੇ ਜਿਹੜੇ ਨਹੀਂ ਕਹਿਣ ਵਾਲੀਆਂ ਗੱਲਾਂ ਉਹ ਵੀ ਬੋਲਦਾ ਰਹਿੰਦਾ ਹੈ। ਅਤ ਅਜੋਗ ਬੋਲਤ ਪਇਓ ਮਹਾਰਾਜ ਮੈਂ ਸਮਝਾਇਆ ਤੇ ਪ੍ਰਿਥੀ ਚੰਦ ਅਤ ਅਯੋਗ, ਜਿਹੜੀ ਨਹੀਂ ਕਰਨ ਵਾਲੀਆਂ ਗੱਲਾਂ ਸੀ ਨਾ ਮਹਾਰਾਜ, ਜਿਹੜੇ ਬੋਲ ਨਹੀਂ ਵੱਡਿਆਂ ਨੂੰ ਕੋ ਬੋਲਦਾ, ਵੱਡਿਆਂ ਨੂੰ ਛੁੱਟ ਦੁਸ਼ਮਣ ਨੂੰ ਵੀ ਨਹੀਂ ਬੋਲਦਾ। ਮਹਾਰਾਜ ਮੈਨੂੰ ਮਾਮਾ ਹੋਣ ਦੇ ਬਾਵਜੂਦ ਪ੍ਰਿਥੀ ਚੰਦ ਨੇ ਉਹ ਭੈੜੀਆਂ ਗੱਲਾਂ ਆਖ ਸੁਣਾਈਆਂ ਹਨ। ਤਪਤਿਓ ਨਹਿ ਥੋਰਾ ਉਹ ਥੋੜਾ ਨਹੀਂ ਬੜਾ ਤਪਿਆ ਹੋਇਆ ਮਹਾਰਾਜ, ਤੁਹਾਡੇ ਤੋਂ ਬੜਾ ਸਾੜਾ ਖਾਂਦਾ, ਬੜਾ ਬੁਰਾ ਹਾਲ, ਤਪਿਆ ਸੜਿਆ ਹੋਇਆ ਦੁਖੀ ਹੋ ਰਿਹਾ ਹੈ। ਸ਼ਾਮ ਦਾਮ ਕੀ ਰੀਤ ਸਭ ਮੈਂ ਸ਼ਾਮ ਦਾਮ ਦੀ ਰੀਤੀ ਵੀ ਵਰਤੀ। ਉਹ ਹੁੰਦੀ ਨਾ ਵੀ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਪ੍ਰਿਥੀ ਚੰਦ ਆ ਜਾਓ, ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਨਾਲ ਸੁਲਾਹ ਕਰ ਲਓ ਤੇ ਜਿੰਨੀ ਮਾਇਆ ਉਹ ਵੀ ਲੈ ਲੈਣੀ। ਤੇ ਸ਼ਾਮ ਹੁੰਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੀ ਸ਼ਰਨ ਆ ਜਾਣਗੇ, ਵੀ ਬੰਦਨਾ ਕਰਨਗੇ, ਤੁਹਾਡੇ ਅੱਗੇ ਖੜੇ ਰਿਹਾ ਕਰਨਗੇ, ਜਿਵੇਂ ਤੁਸੀਂ ਆਖੋਗੇ ਤੁਹਾਡੀ ਆਗਿਆ 'ਚ ਚੱਲਿਆ ਕਰਨਗੇ, ਤੇ ਮਾਇਆ ਵਾਲਾ ਪਾਖੋਂ ਦਾਮ ਜਾਣਨਾ। ਤੋ ਹੇ ਸੱਚੇ ਪਾਤਸ਼ਾਹ ਜੀ, ਮੈਂ ਸ਼ਾਮ ਦਾਮ ਦੀ ਨੀਤੀ ਜਿਹੜੀ ਰਾਜਨੀਤੀ ਵਿੱਚ ਵਰਤੀ ਜਾਂਦੀ, ਸੱਚੇ ਪਾਤਸ਼ਾਹ ਜੀ ਉਹਦੇ
ਮੁਤਾਬਿਕ ਵੀ ਮੈਂ ਬੜੇ ਬਚਨ ਕਹੇ ਸਨ। ਕਹਿ ਬਹੁਤ ਸੁਨਾਈ। ਇਹੋ ਜੀਆਂ ਰੀਤੀਆਂ ਵੀ ਬੜੀਆਂ, ਸ਼ਾਮ ਦਾਮ ਦੀਆਂ ਗੱਲਾਂ ਬੜੀਆਂ ਸੁਣਾਈਆਂ ਸੀ ਵੀ ਸ਼ਾਇਦ ਮੰਨ ਜਾਵੇ, ਏਕ ਨ ਮਾਨੀ ਭਲੀ ਕਰ। ਪਰ ਮੇਰੀ ਇੱਕ ਵੀ ਗੱਲ ਪ੍ਰਿਥੀ ਚੰਦ ਨੇ ਚੰਗੀ ਕਰਕੇ ਕੰਨ ਨਹੀਂ ਧਰੀ ਹੈ। ਠਾਨੀ ਕਟੁਲਾਈ। ਬਸ ਇਹ ਹੈ ਵੀ ਮਨ ਵਿੱਚ ਟੇਢਤਾ ਹੀ ਧਾਰੀ ਬੈਠਾ, ਬਸ ਪੁੱਠੇ ਪਾਸੇ ਹੁਣ ਜਾਵੇਗਾ, ਬੜਾ ਭੈੜਾ ਬਣਿਆ ਹੋਇਆ, ਖੋਟਤਾ ਹੀ ਮਨ ਵਿੱਚ ਧਾਰੀ ਹੈ। ਇੱਕ ਸਮ ਬਸੁਧਾ ਸ਼ੁਭ ਕਰੀਏ। ਮਹਾਰਾਜ ਹੁਣ ਪ੍ਰਿਥੀ ਚੰਦ ਦੀ ਹਾਲਤ ਇਹੋ ਜੀ ਵੀ ਮੰਨ ਲਓ ਜੇ ਕੋ ਧਰਤੀ ਚੰਗੀ ਗੋੜ ਕੇ ਬਿਲਕੁਲ ਪੱਧਰੀ ਪੱਧਰੀ ਕਰ ਦੇਵੇ, ਸਾਫ ਸੁਥਰੀ ਕਰ ਦੇਵੇ, ਮ੍ਰਿਦੁਤਾ ਬਹ ਭਾਂਤੀ। ਤੇ ਉਹਨੂੰ ਗੋੜ ਗੋੜ ਕੇ ਚੰਗੀ ਕੂਲੀ ਬਣਾ ਦੇਵੇ ਤੇ ਬਿਲਕੁਲ ਸਿੱਧੀ ਪੱਧਰੀ ਬਣਾ ਦੇਵੇ, ਐਨ ਬਿਲਕੁਲ ਜਿਵੇਂ ਵਿਛਾਈ ਕੀਤੀ ਹੁੰਦੀ ਫੁੱਲਾਂ ਦੀ, ਧਰਤੀ ਨੂੰ ਐ ਕੂਲੀ ਤੇ ਪੱਧਰੀ ਸਿੱਧੀ ਕਰ ਦੇਵੇ ਜੇ ਕੋਈ। ਬੱਕਰ ਚੱਲਹਿ ਪੰਨਗ ਤਾਹਾਂ। ਪਰ ਸੱਪ ਤਾਂ ਮਹਾਰਾਜ ਟੇਢਾ ਹੀ ਚੱਲੂ ਨਾ ਉਹਦੇ ਤੇ ਵੀ। ਪ੍ਰਿਥੀ ਚੰਦ ਵਾਸਤੇ ਮਹਾਰਾਜ ਤੁਸੀਂ ਜੋ ਮਰਜ਼ੀ ਕਰੀ ਜਾਓ, ਨਿਮਰਤਾ ਧਾਰੋ, ਜਿਵੇਂ ਧਰਤੀ ਬਿਲਕੁਲ ਪੱਧਰੀ ਕਰਕੇ ਉਹਨੂੰ ਗੋੜ ਦਿਓ, ਬੜੀ ਸਾਫ ਸੁਥਰੀ ਕਰ ਦਿਓ, ਤੇ ਇਹਦਾ ਮਤਲਬ ਇਹ ਵੀ ਹੁਣ ਸੱਪ ਸਿੱਧਾ ਚੱਲਣ ਲੱਗ ਜਾਵੇਗਾ, ਆਖੇਗਾ ਵੀ ਧਰਤੀ ਬੜੀ ਕੂਲੀ ਤੇ ਹੁਣ ਮੈਂ ਸਿੱਧਾ ਚੱਲਾਂ। ਸੱਪ ਨੇ ਤਾਂ ਮਹਾਰਾਜ ਟੇਢਾ ਹੀ ਚੱਲਣਾ। ਪ੍ਰਿਥੀ ਚੰਦ ਨਾਲ ਜਿਹੋ ਜਿਹਾ ਮਰਜ਼ੀ ਵਰਤਾਅ ਵਿਹਾਰ ਤੁਸੀਂ ਕਰ ਲਓ, ਪ੍ਰਿਥੀ ਚੰਦ ਸੱਪ ਹੈ ਸੱਪ, ਉਹ ਤਾਂ ਮਹਾਰਾਜ ਟੇਢਾ ਹੀ ਚੱਲੇਗਾ, ਸਿੱਧਾ ਨਹੀਂ ਚੱਲੇਗਾ। ਇਮ ਕੁਟਲਿਤ ਬਾਤੀ। ਐਵੇਂ ਕੁਟਲਣਾ ਦੀ ਬਾਤੀ ਗੱਲਬਾਤ ਹੈ। ਜਿਹੜੇ ਇਹ ਹੈ ਨਾ ਟੇਢੇ ਮਨ ਵਾਲੇ ਪ੍ਰਿਥੀ ਚੰਦ ਵਰਗੇ, ਮਹਾਰਾਜ ਉਹਨਾਂ ਦੀ ਇਹੋ ਜਿਹੀ ਹਾਲਤ ਉਹ ਸੱਪ ਵਰਗੇ ਹੈ, ਪੱਧਰੀ ਧਰਤੀ ਤੇ ਸੱਪ ਟੇਢਾ ਹੀ ਚੱਲਦਾ। ਇਹੀ ਹਾਲਤ ਪ੍ਰਿਥੀ ਚੰਦ ਵਰਗਿਆਂ ਦੀ ਹੈ। ਸੁਨਹ ਗੁਰੂ ਜੀ ਵਾਰ ਇਹੋ। ਇਸ ਕਰਕੇ ਮਹਾਰਾਜਾ ਜਿਹੜੀ ਵਾਰ ਮੈਂ ਲਿਖੀ ਤੁਸੀਂ ਇਹੀ ਸੁਣ ਕੇ ਆਪਦਾ ਜਾਣ ਲੈਣਾ ਕਰੋ। ਇਹੋ ਲਿਖ ਤਹਾਂ ਪਠਾਈ। ਜਿਹੜੀ ਵਾਰ ਮਹਾਰਾਜ ਮੈਂ ਤੁਹਾਨੂੰ ਸੁਣਾਈ ਨਾ, ਇਹਦਾ ਇੱਕ ਉਲੱਥਾ ਮੈਂ ਨਾ ਪ੍ਰਿਥੀ ਚੰਦ ਨੂੰ ਵੀ ਭੇਜ ਦਿੱਤਾ ਰਸਤੇ ਚੋਂ ਕਿਸੇ ਸਿੱਖ ਤੇ ਹੱਥ, ਵੀ ਪ੍ਰਿਥੀ ਚੰਦ ਨੂੰ ਵੀ ਪਤਾ ਲੱਗੇ ਵੀ ਉਹ ਕਿਹੋ ਜਿਹਾ। ਇੱਕ ਵਾਰ ਮੈਂ ਤੁਹਾਨੂੰ ਜਿਹੜੀ ਇਹ ਸੁਣਾਈ ਨਾ, ਇਹੀ ਵਾਰ ਮੈਂ ਪ੍ਰਿਥੀ ਚੰਦ ਨੂੰ ਵੀ ਭਜਵਾ ਦਿੱਤੀ ਹੈ। ਨਿਜ ਔਗੁਣ ਨਹਿ ਪਰਖ ਹੈ। ਹਾਂ ਮੈਂ ਜਾਣਿਆ, ਕਿਉਂਕਿ ਇਹਦੇ ਨਾਲ ਪ੍ਰਿਥੀ ਚੰਦ ਨੂੰ ਪਤਾ ਤਾਂ ਲੱਗੇ ਮੈਂ ਕਿਹੋ ਜਿਹਾ। ਉਹ ਪਾਪ ਵੀ ਕਰਦਾ ਤੇ ਆਪਦੇ ਔਗਣਾਂ ਦੀ ਪਰਖ ਨਹੀਂ ਕਰਦਾ ਹੈ, ਫਿਰ ਵੀ ਸੱਚਾ ਤੇ ਨਾਤਾ ਧੋਤਾ ਰਹਿੰਦਾ ਹੈ। ਮੋਹੇ ਬੁਰਾ ਅਲਾਈ। ਤੇ ਦੂਜਿਆਂ ਨੂੰ ਮਾੜਾ ਬਣਾਉਂਦਾ, ਮੈਨੂੰ ਮਾੜਾ ਸਮਝਾਉਣ ਗਏ ਨੂੰ ਪੁੱਠਾ ਬੋਲਦਾ, ਮਾੜਾ ਬਣਾਉਂਦਾ ਹੈ। ਪਠਕੈ ਜਾਣਹਿ ਗੋਪਲੇ। ਇਸ ਲਈ ਮੈਂ ਵਾਰ ਜਿਹੜੀ ਲਿਖ ਕੇ ਮਹਾਰਾਜ ਪ੍ਰਿਥੀ ਨੂੰ ਦੇ ਦਿੱਤੀ, ਭੇਜ ਦਿੱਤੀ ਹੈ, ਵੀ ਇਹ ਵਾਰ ਪੜ੍ਹ ਕੇ ਚੰਗੀ ਤਰ੍ਹਾਂ ਸਭ ਸਮਝ ਲਵੇਗਾ। ਜੇ ਦੋਸ਼ ਉਚਾਰੇ। ਵੀ ਜਿਹੜਾ ਦੂਜਿਆਂ ਤੇ ਦੋਸ਼ ਲਾਉਂਦਾ ਹੈ, ਜਿਹੜੇ ਦੋਸ਼ ਮੈਂ ਉਚਾਰੇ ਆ ਨਾ ਇਹਦੇ ਵਿੱਚ ਵਾਰ ਚ ਮਹਾਰਾਜ, ਉਹ ਪ੍ਰਿਥੀ ਚੰਦ ਪੜ੍ਹ ਕੇ ਜਾਣ ਲਵੇਗਾ ਵੀ ਸਾਰਾ ਸ਼ੀਸ਼ਾ ਮੈਨੂੰ ਹੀ ਭਾਈ ਗੁਰਦਾਸ ਜੀ ਨੇ ਵਿਖਾਇਆ ਹੈ। ਇਹੀ ਭੇਟ ਤਿਹ ਜੋਗ ਥੀ। ਵੱਡਿਆਂ ਨੂੰ ਮਿਲਣ ਗਏ ਭੇਟਾ ਲੈ ਕੇ ਜਾਈਦਾ ਹੈ। ਮਹਾਰਾਜ ਤੁਹਾਨੂੰ ਵੀ ਭੇਟਾਵਾਂ ਬੜੀਆਂ ਦਿੰਦੇ ਆ ਸੰਗਤਾਂ, ਮਹਾਰਾਜ ਪ੍ਰਿਥੀ ਚੰਦ ਨੂੰ ਇਹੀ ਭੇਟ ਦੇ ਕੇ ਆਇਆ ਮੈਂ, ਉਹ ਵਾਰ ਲਿਖ ਕੇ ਦੇ ਆਇਆ, ਤੇ ਇਹੀ ਭੇਟਾ ਪ੍ਰਿਥੀ ਚੰਦ ਵਾਸਤੇ ਮੈਂ ਯੋਗ ਜਾਣੀ, ਉਹ ਜਿਹੋ ਜਿਹਾ ਹੈ ਸੀ ਉਹੋ ਜਿਹੀ ਭੇਟਾ ਮੈਂ ਦੇ ਆਇਆ ਹਾਂ। ਮੈਂ ਪਠੀ ਵਿਚਾਰੇ। ਇਹ ਗੱਲ ਮੈਂ ਵਿਚਾਰ ਕੇ ਉਹਦੇ ਤਾਈਂ ਭੇਜ ਦਿੱਤੀ, ਵਾਰ ਲਿਖ ਕੇ, ਵੀ ਇਸੇ ਹੀ ਭੇਟਾ ਦਾ ਯੋਗ ਸੀ, ਇਹੀ ਕੁਝ ਮਿਲਣਾ ਚਾਹੀਦਾ ਸੀ ਜਿਹੜਾ ਮੈਂ ਲਿਖ ਭੇਜਿਆ, ਭਾਵ ਵੀ ਉਹਨੂੰ ਵਾਰ ਮੈਂ ਮੱਥਾ ਟੇਕ ਦਿੱਤੀ ਹੈ। ਸੁਣ ਸ੍ਰੀ ਗੁਰੂ ਅਰਜਨ ਕਹਿਓ। ਸੁਣ ਕੇ ਨਾ ਭਾਈ ਗੁਰਦਾਸ ਜੀ ਤੋਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ, ਬਹੁਤ ਖਾਲਸਾ ਜੀ, ਮਨ ਭਾਰਾ ਆ, ਫਿਰ ਵੀ ਵੱਡੇ ਭਰਾਤਾ ਸਨ ਮਹਾਰਾਜ, ਤਾਂ ਦੁਸ਼ਮਣ ਨਾਲ ਵੈਰ ਨਹੀਂ ਕਰਦੇ, ਤੇ ਪ੍ਰਿਥੀ ਚੰਦ ਤਾਂ ਫੇਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ। ਸੁਣ ਕੇ ਭਾਈ ਗੁਰਦਾਸ ਜੀ ਦੀਆਂ ਗੱਲਾਂ ਵੀ ਇੰਨਾ ਹੀ ਗਰਕ ਗਿਆ ਪ੍ਰਿਥੀ ਚੰਦ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਦੁਖੀ ਹੋਏ ਤੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਹਨ, ਕੁਟਲ ਜੋ ਮਤ ਨੀਚਾ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਇਹ ਜੋ ਪ੍ਰਿਥੀ ਚੰਦ ਹੈ ਭੈੜੀ ਮਤ ਵਾਲਾ ਤੇ ਨੀਚ ਮਤ ਧਾਰੀ ਜਿਸ ਨੇ ਹੈ। ਅਗਰ ਤਨਹਾ ਕੇ ਨਿਮਨ ਜੋ। ਮਹਾਰਾਜ ਕਹਿੰਦੇ ਗੱਲ ਇਹ ਹੈ ਭਾਈ ਗੁਰਦਾਸ ਜੀ, ਤੁਹਾਨੂੰ ਗਾਲਾਂ ਤੋਂ ਨੇ ਕੱਢਣੀਆਂ ਹੀ ਸੀ, ਕਿਉਂਕਿ ਮੂਰਖ ਹੈ ਨਾ, ਮੂਰਖਾਂ ਦੇ ਅੱਗੇ ਜੇ ਕੋਈ ਨੀਵਾਂ ਹੋ ਕੇ ਜਦੋਂ ਜਾਂਦਾ ਹੈ ਹੋਏ ਦੋਸ਼ਣ ਸੀਚਾ, ਤੇ ਉਹ ਉਲਟਾ ਉਹਨੂੰ ਦੋਸ਼ਾਂ ਦਾ ਪਾਣੀ ਪਾਉਣ ਲੱਗ ਪੈਂਦੇ। ਜੇ ਮੂਰਖਾਂ ਦੇ ਅੱਗੇ ਕੋਈ ਨਿਮਨ ਹੋ ਜਾਵੇ ਨਾ, ਨੀਵਾਂ ਹੋ ਕੇ ਜਾਵੇ,
ਤੇ ਮੂਰਖ ਉਸੇ ਤੇ ਦੋਸ਼ ਮੜਨ ਲੱਗ ਜਾਂਦੇ ਆ। ਦੁਖ ਦਬਰੋ ਤਿਹ ਉਹ ਜਾਨੀਏ। ਦੁੱਖ ਦੇਣ ਵਾਲਾ ਜਿਹੜਾ ਪ੍ਰਿਥੀ ਚੰਦ ਹੈ ਨਾ, ਬਹੁਤ ਖੋਟਾ ਹੋ ਚੁੱਕਾ ਜਾਣਿਆ ਜਾਂਦਾ, ਜਾਂ ਜਾਣਨਾ ਕਰੋ। ਅਬ ਲਿਹੋ ਪਤਿਆਈ। ਇਹ ਗੱਲ ਅਸੀਂ ਵੀ ਚੰਗੀ ਤਰ੍ਹਾਂ ਹੁਣ ਪਤਿਆ ਲਈ ਵੀ ਪ੍ਰਿਥੀ ਚੰਦ ਨੂੰ ਪਿੱਛੇ ਮੁੜਨ ਵਾਲਾ ਨਹੀਂ, ਉਹਨੇ ਭੈੜਾ ਰਾਹ ਜਿਹੜਾ ਪਾਪਾਂ ਦਾ ਪਕੜ ਲਿਆ, ਇਹ ਗੱਲ ਅਸੀਂ ਪਰਤਿਆ ਲਈ ਹੈ। ਭਲੀ ਬਾਤ ਨਹਿ ਹਾਤ ਹੈ ਹੇਤ ਹੈ। ਹਾਂ, ਇਹ ਭਲੀ ਬਾਤ ਨਹੀਂ ਹੇਤ ਹੈ, ਭਲੀ ਬਾਤ ਨਹੀਂ ਹੈ। ਭਾਵ ਜਿਹੜਾ ਮਾੜਾ ਹੁੰਦਾ ਨਾ, ਖੋਟਾ ਮੂਰਖ, ਉਹਨੂੰ ਭਲੇ ਦੀ ਗੱਲ ਵੀ ਕਹੀਏ ਨਾ ਭਾਈ ਗੁਰਦਾਸ ਜੀ, ਉਹਨੂੰ ਚੰਗੀ ਨਹੀਂ ਲੱਗਦੀ। ਉਹਨੂੰ ਇਉਂ ਲੱਗਦਾ ਵੀ ਮੇਰਾ ਬੁਰਾ ਕਰਨ ਆਇਆ ਕੋਈ। ਦੇਵਤ ਬੁਰਿਆਈ। ਉਹ ਚੰਗਾ ਕਰਨ ਵਾਲੇ ਨੂੰ ਵੀ ਬੁਰਾਈਆਂ ਹੀ ਦਿੰਦਾ, ਤੁਮ ਤਾਈਂ ਮੜਦਾ ਰਹਿੰਦਾ ਹੈ। ਨਿਜ ਪਿਤ ਕੋ ਸੁਤ ਜਾਨ ਕੈ। ਬਾਕੀ ਚਲੋ ਮਹਾਰਾਜ ਕਹਿੰਦੇ ਭਾਈ ਸਾਹਿਬ ਜੀ, ਅਸੀਂ ਤਾਂ ਆਪਦੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਜਾਣ ਕੇ ਸਤਿਕਾਰ ਕਰਦੇ ਹਾਂ। ਉਹਨੂੰ ਵੱਡਾ ਸਾਹਿਬਜ਼ਾਦਾ ਤੇ ਵੱਡਾ ਭਰਾ ਜਾਣਦੇ ਹਾਂ। ਕਰ ਹੇਤ ਹਕਾਰਾ। ਵੀ ਅਸੀਂ ਤਾਂ ਸੱਦਾ ਭੇਜਿਆ ਸੀ ਵੀ ਚਲ ਸਾਡੇ ਆਖੇ ਨਹੀਂ ਤੇ ਭਾਈ ਗੁਰਦਾਸ ਮਾਮਾ ਲੱਗਦੇ ਵੀ ਪ੍ਰਿਥੀ ਚੰਦ ਉਹਦੇ ਆਖੇ ਮੁੜ ਆਵੇਗਾ। ਭਾਈ ਸਾਹਿਬ ਜੀ, ਅਸੀਂ ਤਾਂ ਤੁਹਾਨੂੰ ਵੱਡਾ ਜਾਣ ਕੇ ਭੇਜਿਆ ਤਾਂ ਵੀ ਸਾਡਾ ਭਰਾ ਆ ਵੱਡਾ ਪ੍ਰਿਥੀ ਚੰਦ। ਅਸੀਂ ਤਾਂ ਸਤਿਗੁਰਾਂ ਦਾ ਸਾਹਿਬਜ਼ਾਦਾ ਵੱਡਾ ਜਾਣ ਕੇ ਉਹਦਾ ਸਤਿਕਾਰ ਕਰਦੇ, ਉਹਨੂੰ ਵਾਰ-ਵਾਰ ਸੱਦੇ ਭੇਜਦੇ ਹਾਂ। ਡਰਪਤ ਮੁਝ ਤੇ ਦੋਸ਼ ਦੀ। ਪਰ ਉਹ ਮੂਰਖ ਸਮਝਦਾ ਵੀ ਆਖੇ ਗੁਰੂ ਅਰਜਨ ਦੇਵ ਮਹਾਰਾਜ ਸਾਥੋਂ ਡਰਦੇ ਆ। ਮਹਾਰਾਜ ਕਹਿੰਦੇ ਸਾਨੂੰ ਡਰ ਉਹਦਾ ਕਾਹਦਾ ਭਾਈ, ਅਸੀਂ ਚੋਰ ਹਾਂ ਕੋਈ? ਡਰ ਸਾਨੂੰ ਉਹਦਾ ਨਹੀਂ, ਪਰ ਇਹ ਤਾਂ ਸਤਿਕਾਰ ਹੈ। ਪਰ ਮੂਰਖ ਪ੍ਰਿਥੀ ਚੰਦ ਸਾਡੇ ਸਤਿਕਾਰ ਨੂੰ ਡਰ ਹੀ ਦੱਸਦਾ ਕਿ ਗੁਰੂ ਜੀ ਮੈਥੋਂ ਡਰਦੇ ਆ। ਐਸਾ ਮੂਰਖ ਹਿੱਲ ਗਿਆ ਹੈ। ਹੰਕਾਰ ਅਫਾਰਾ। ਤੇ ਸਦਾ ਹੰਕਾਰ ਵਿੱਚ ਆਫਰਿਆ ਰਹਿਣ ਵਾਲਾ ਪ੍ਰਿਥੀਆ ਹੈ। ਅਬ ਨਹਿ ਕਛੂ ਕਹੀਜੀਏ। ਤੇ ਹਜ਼ੂਰ ਕਹਿੰਦੇ ਹੈ ਭਾਈ ਗੁਰਦਾਸ ਜੀ ਮਹਾਰਾਜ, ਹੁਣ ਨਹੀਂ ਤੁਸੀਂ ਉਹਨੂੰ ਕੁਝ ਕਹਿਣਾ, ਕੁਝ ਨਹੀਂ ਬੋਲਣਾ। ਹੁਣ ਬਸ ਜਿਹੜੀ ਗੱਲ ਕਹਿ ਦਿੱਤੀ, ਬੜੇ ਤਰਲੇ ਕਰ ਲਏ ਪ੍ਰਿਥੀ ਚੰਦ ਦੇ। ਸੋ ਕਰਹਾ ਪੁਕਾਰਾ। ਹੁਣ ਉਹਨੂੰ ਕਹਿ ਜਾ, ਤੂੰ ਫਿਰ ਚਲੇ ਜਾ ਜਿੱਥੇ ਜਾਣਾ ਆ। ਵੀ ਜੇ ਤੂੰ ਜਾਣਦਾ ਨਾ ਵੀ ਖਰੇ ਤੂੰ ਡਰ ਕੇ, ਤੇ ਮਹਾਰਾਜ ਕਹਿੰਦੇ ਹੁਣ ਨਾ ਕੋਈ ਉਹਨੂੰ ਮਨਾਉਣ ਜਾਵੇ। ਉਹਨੂੰ ਕਹਿ ਲੈ ਜਾ, ਜਿੱਥੇ ਮਰਜ਼ੀ ਚਲੇ ਜਾ, ਕਚਹਿਰੀਆਂ ਜਾ, ਉੱਥੇ ਮੁਕੱਦਮੇ ਕਰ ਲੈ, ਦਿੱਲੀ ਜਾ ਕੇ ਜਿੱਧਰ ਮੂੰਹ ਹੁੰਦਾ ਚਲਾ ਜਾ, ਜਿੰਨਾ ਬਲ ਪੈਂਦਾ ਹੈ। ਸ਼੍ਰੀ ਗੁਰੂ ਨਾਨਕ ਜੋ ਕਰਹਿ। ਕਿਉਂਕਿ ਹੁਣ ਵੇਖਾਂਗੇ ਭਾਈ ਗੁਰਦਾਸ ਜੀ ਹੋਵੇਗਾ ਉਹ ਜਿਹੜਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਰਨਗੇ। ਸੋਈ ਹੋਏ ਕਾਰਾ। ਉਹੀ ਕੰਮ ਹੁਣ ਅੱਗੇ ਹੋਣਾ ਜੋ ਤੁਧ ਭਾਵੈ, ਸਾਈ ਭਲੀ ਕਾਰ ਵਾਲੀ ਗੱਲ ਹੈ। ਹੁਣ ਤਾਂ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਹੁਣ ਤਾਂ ਉਹ ਹੋਵੇਗਾ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਭਾਵੇਗਾ। ਤੁਰਕਣ ਆਗੈ ਦੀਨ ਬਨ। ਕੋਈ ਗੱਲ ਨਹੀਂ, ਜਾਣ ਦਿਓ ਪ੍ਰਿਥੀ ਚੰਦ ਨੂੰ ਤੁਰਕਾਂ ਦੇ ਅੱਗੇ, ਜਹਾਂਗੀਰ ਦੇ ਅੱਗੇ ਲੇਲੜੀਆਂ ਕੱਢਣ ਦੇ ਨੀਵਾਂ ਹੋ ਕਰਕੇ। ਬਿਨਤੀ ਨਿਤ ਠਾਨ। ਰੋਜ਼ ਜਾ ਜਾ ਕੇ ਬੇਨਤੀਆਂ ਸਾਨੂੰ ਪਤਾ ਕਰਿਆ ਕਰੇਗਾ, ਤੁਰਕਾਂ ਦੇ ਅੱਗੇ ਸਿਰ ਝੁਕਾਵੇਗਾ ਹੁਣ। ਵੱਡਿਆਂ ਕੀ ਵੱਡਤਾ ਜੋ ਥੀ। ਪਰ ਗੱਲ ਇਹ ਹੈ ਵੀ ਵੱਡਿਆਂ ਸਾਡਿਆਂ ਦੀ ਜਿਹੜੀ ਵਡਿਆਈ ਸੀ ਗੁਰੂ ਰਾਮਦਾਸ ਦੀ, ਗੁਰੂ ਅਮਰਦਾਸ ਮਹਾਰਾਜ ਦੀ, ਤੁਰਕ ਤਾਂ ਸਾਡੇ ਘਰ ਰਾਜ ਲੈਣ ਆਉਂਦੇ ਰਹੇ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਨੂੰ ਵੀ ਚਲੋ ਜਾਣਾ, ਸਾਨੂੰ ਇਹ ਕੋਈ ਫਿਕਰ ਨਹੀਂ, ਇਹ ਸਾਨੂੰ ਡਰ ਨਹੀਂ ਹੈ ਰਜਵਾੜਿਆਂ ਦਾ, ਜਾਂਦਾ ਜਾਵੇ ਪ੍ਰਿਥੀ ਚੰਦ। ਪਰ ਗੱਲ ਇਹ ਵੀ ਕੁੱਲ ਤਾਂ ਸਾਡੇ ਵਾਲੀ ਹੈ ਨਾ, ਸੋਢੀਆਂ ਦੀ ਕੁੱਲ ਹੈ। ਤੇ ਇੱਥੋਂ ਜਾਵੇਗਾ ਜਿਹੜੀ ਕੁੱਲ ਦੇ ਅੱਗੇ ਉਹ ਰਜਵਾੜੇ ਬਾਬਰ ਕੇ ਝੁਕਦੇ ਰਹੇ ਆ, ਤੇ ਇਹਨੂੰ ਸ਼ਰਮ ਨਾ ਆਵੇਗੀ ਉੱਥੇ ਜਾ ਕੇ ਝੁਕਦਿਆਂ ਹੋਇਆਂ। ਲੀਗ ਲਾਵੇਗਾ, ਗੱਲ ਬਸ ਇੰਨੀ ਹੈ। ਮਹਾਰਾਜ ਕਹਿੰਦੇ ਵੱਡਿਆਂ ਦੀ ਵਡਿਆਈ ਜਿਹੜੀ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਅੱਗੇ ਅਕਬਰ ਵਰਗੇ ਆ ਕੇ ਝੁਕਦੇ ਰਹੇ, ਨੰਗੇ ਪੈਰੀਂ ਆ ਕੇ ਖਿਚੜੀ ਕੋਧਰਾ ਖਾ ਕੇ ਜਾਂਦੇ ਰਹੇ, ਫੋਕਾ ਵਿਛਾਈ ਤੇ ਹੇਠਾਂ ਮਹਾਰਾਜ ਦੇ ਚਰਨੀ ਬਹਿ ਬਹਿ ਕੇ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੱਲ ਤਾਂ ਇੰਨੀ ਹੈ ਵੀ ਸਾਡੇ ਵੱਡਿਆਂ ਗੁਰੂਆਂ ਪਾਤਸ਼ਾਹਾਂ ਦੀ ਜਿਹੜੀ ਮਹਾਨ ਵਡਿਆਈ ਹੈ ਸੀ, ਨਹਿਰਦੈ ਪਛਾਨੈ। ਇਹ ਮੂਰਖ ਪ੍ਰਿਥੀ ਚੰਦ ਨੇ ਪਛਾਣੀ ਨਹੀਂ ਵੀ ਸਾਡਾ ਘਰ ਕਿਹੜਾ ਹੈ ਤੇ ਮੈਂ ਕਿਹੜੇ ਘਰ ਅੱਗੇ ਜਾ ਕੇ ਝੁਕਣ ਜਾ ਰਿਹਾ। ਉਹ ਤਾਂ ਇੱਥੋਂ ਰਾਜ ਲੈਣ ਆਉਂਦੇ ਆ ਸਾਡੇ ਪਾਸੋਂ, ਇਸ ਘਰ ਤੋਂ, ਤੇ ਮੈਂ ਉਹਨਾਂ ਦੇ ਅੱਗੇ ਅੱਜ ਝੁਕ ਰਿਹਾ। ਗੱਲ ਮਹਾਰਾਜ ਕਹਿੰਦੇ ਆਹ ਹੈ ਭਾਈ ਗੁਰਦਾਸ ਜੀ, ਵੀ ਸਤਿਗੁਰਾਂ ਦਾ ਵੱਡੇਦਾਰ ਨੂੰ ਉਹਦੇ ਘਰ ਵਿੱਚ ਪੈਦਾ ਹੋ ਕਰਕੇ ਤੇ ਇਹ ਸੰਸਾਰੀ ਰਾਜਿਆਂ ਅੱਗੇ ਝੁਕਦਾ ਫਿਰਦਾ ਹੈ। ਬਾਦਸ਼ਾਹ ਦਰਵੇਸ਼ ਪਰਮੇਸ਼ਰ ਅਕਾਲ ਪੁਰਖ ਗੁਰੂ ਰਾਮਦਾਸ ਮਹਾਰਾਜ ਪਰਮੇਸ਼ਰ ਦਾ ਪੁੱਤਰ ਹੋ ਕੇ ਇਹ ਸੰਸਾਰੀ ਬਾਦਸ਼ਾਹ ਦੇ ਅੱਗੇ ਜਾ ਕੇ ਸਿਰ ਝੁਕਾਵੇਗਾ। ਇਹ ਮੂਰਖ ਪ੍ਰਿਥੀ ਚੰਦ ਨੇ ਸਾਡੇ ਪਿਓ ਦਾਦਿਆਂ ਦੀ ਵੱਡੀ ਵਡਿਆਈ ਨੂੰ ਜਾਣਿਆ ਨਹੀਂ ਹੈ। ਮਤ ਮੂਰਖ ਹੌਰਾ ਮਤ ਦਾ ਹੌਲਾ ਵੈ
ਤੇ ਮੂਰਖ ਹੈ ਇਹ ਪ੍ਰਿਥੀ ਚੰਦ ਜੋ ਹੈ। ਨਿਜ ਧਰਮ ਬਿਗਾਰਾ ਤੇ ਆਪ ਦਾ ਧਰਮ ਵਿਗਾੜ ਰਿਹਾ। ਹੁਣ ਇਹਨੂੰ ਪੁੰਨੀ ਨਹੀਂ ਸੰਸਾਰ ਤੇ ਕੋਈ ਆਖੇਗਾ, ਪਾਪੀ ਬਣ ਬੈਠਾ ਹੈ। ਲੀਕ ਲਾ ਦਿੱਤੀ ਆਪਦੇ ਜਨਮ ਤੇ। ਹਾਥ ਕਛੂ ਨਹਿ ਆਵਹੀ ਪਰ ਇਹ ਜਾਣ ਲਓ, ਜਿੱਥੇ ਮਰਜ਼ੀ ਫਰਿਆਦ ਕਰ ਲਵੇ ਪ੍ਰਿਥੀ ਚੰਦ, ਭਾਈ ਗੁਰਦਾਸ ਜੀ ਇਸ ਪ੍ਰਿਥੀਏ ਦੇ ਹੱਥ ਪੱਲੇ ਕੱਖ ਨਹੀਂ ਆਵੇਗਾ। ਮਲ ਛਾਨਹਿ ਛਾਰਾ ਮੈਲ ਪੱਲੇ ਪਵੇਗੀ ਤੇ ਸਦਾ ਸਵਾਹ ਹੀ ਛਾਣਿਆ ਕਰੇਗਾ। ਗਲੀਆਂ ਦੀ ਖਾਕ ਹੀ ਛਾਣੇਗਾ, ਹੋਰੇ ਤੋਂ ਵੱਧ ਇਹਦੇ ਪੱਲੇ ਕੁਝ ਪਵੇਗਾ ਨਹੀਂ। ਦੋਹਰਾ ਇਮ ਕਹਿ ਸ੍ਰੀ ਗੁਰ ਮੌਨ ਧਰ ਤੋ ਕਵੀ ਜੀ ਕਹਿੰਦੇ ਸਾਧ ਸੰਗਤ ਜੀ ਐਨੀ ਗੱਲ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਹਿ ਦਿੱਤੀ ਵੀ ਉਹਦੇ ਪੱਲੇ ਕੁਛ ਨਹੀਂ ਪੈਣਾ। ਗੱਲ ਇੰਨੀ ਆ ਵੀ ਅਸੀਂ ਆਣੇ ਆ ਵੀ ਚਲੋ ਵੱਡਿਆਂ ਦੀ ਵਡਿਆਈ, ਗੁਰੂ ਰਾਮਦਾਸ ਮਹਾਰਾਜ ਦੀ ਇਹ ਮੂਰਖ ਹੈ। ਗੁਰੂ ਰਾਮਦਾਸ ਮਹਾਰਾਜ ਦਾ ਸਾਹਿਬਜ਼ਾਦਾ ਹੋ ਕੇ ਤੇ ਉਹਨਾਂ ਦੇ ਚਰਨੀ ਲੱਗੇਗਾ ਤੁਰਕੜਿਆਂ ਦੇ, ਵੀ ਚਲੋ ਟਿਕਿਆ ਰਵੇਗਾ। ਇਹਨੂੰ ਪਛਾਣ ਨਹੀਂ ਆਈ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਪਰਮੇਸ਼ਰ ਸਨ। ਇਸ ਗੱਲ ਦੀ ਇਹ ਬਚਨ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਕਹਿ ਕੇ ਤੇ ਚੁੱਪ ਧਾਰ ਲਏ, ਫਿਰ ਨਹੀਂ ਬੋਲੇ ਐ। ਕਹਿਓ ਬਾਕ ਨਹਿ ਫੇਰ ਕੋਈ ਬਚਨ ਭਾਈ ਗੁਰਦਾਸ ਜੀ ਨੂੰ ਜਾਂ ਕਿਸੇ ਹੋਰ ਨੂੰ ਮਹਾਰਾਜ ਨੇ ਉਸ ਤੋਂ ਬਾਅਦ ਸਾਧ ਸੰਗਤ ਜੀ ਮਹਾਰਾਜ ਨੇ ਪ੍ਰਿਥੀ ਚੰਦ ਦਾ ਕਦੇ ਜ਼ਿਕਰ ਨਹੀਂ ਸੀ ਕੀਤਾ। ਮਹਾਰਾਜ ਜਾਣ ਗਏ ਵੀ ਚਲੋ ਫਿਰ ਹੁਣ ਇਹ ਤੁਰਿਆ, ਤੈਨੂੰ ਤੁਰ ਲੈਣ ਦਿਓ ਸੰਸਾਰ ਦੀ ਨਿੰਦਾ ਖੱਟਣ ਵਾਸਤੇ। ਇਸ ਤੋਂ ਬਾਅਦ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਮਨਾਉਣ ਵਾਸਤੇ ਜਾਂ ਕੋਈ ਗੱਲਬਾਤ ਸੁਲ੍ਹਾ ਵਾਸਤੇ ਫਿਰ ਕਦੇ ਗੱਲ ਨਹੀਂ ਕੀਤੀ ਹੈ। ਭਾਣਾ ਸ਼੍ਰੀ ਕਰਤਾਰ ਕੋ ਤੋ ਮਹਾਰਾਜ ਇਹ ਮਨ ਵਿੱਚ ਜਾਣਦੇ ਆ ਵੀ ਜਿਹੜਾ ਅਕਾਲ ਪੁਰਖ ਸਭ ਕਾਰਜਾਂ ਦੇ ਕਰਨ ਵਾਲਾ ਹੈ ਨਾ, ਇਹ ਜਿਹੜਾ ਹੋਣਾ ਉਸੇ ਦਾ ਹੀ ਭਾਣਾ। ਭਾਵ ਮਹਾਰਾਜ ਜਾਣਦੇ ਸੀ ਸ਼ਹਾਦਤ ਨੂੰ ਤਾਂ ਸੱਚੇ ਪਾਤਸ਼ਾਹ ਤੋਂ ਕੀ ਲੁਕਿਆ। ਤੋ ਹਜ਼ੂਰ ਮਨ ਵਿੱਚ ਵਿਚਾਰਦੇ ਵੀ ਤਾਂ ਅਕਾਲ ਪੁਰਖ ਪਰਮੇਸ਼ਰ ਦਾ ਭਾਣਾ ਹੈ। ਜਾਣਹਿ ਨੀਕੋ ਹੇਰ ਇਹ ਮਹਾਰਾਜ ਨੇ ਆਉਣ ਵਾਲਾ ਸਮਾਂ ਹੇਰ ਵੇਖ ਕੇ ਜਾਣ ਲਿਆ ਚੰਗੀ ਤਰ੍ਹਾਂ ਵੀ ਇਹ ਜੋ ਹੋਣਾ ਹੈ ਜਾਂ ਹੋ ਰਿਹਾ ਜਾਂ ਪਿੱਛੇ ਹੋ ਗਿਆ ਉਹ ਅਕਾਲ ਪੁਰਖ ਪਰਮੇਸ਼ਰ ਦਾ ਕੀਤਾ ਸੱਚੇ ਪਾਤਸ਼ਾਹ, ਉਸੇ ਦੇ ਅਸੀਂ ਕਹਿੰਦੇ ਭਾਣੇ ਵਿੱਚ ਵਰਤਾਂਗੇ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਭਾਈ ਗੁਰਦਾਸ ਜੀਆਂ ਸਾਰੀ ਵਾਰਤਾ ਸੁਣਾਈ ਵੀ ਮਹਾਰਾਜ ਉਹ ਪ੍ਰਿਥੀ ਚੰਦ ਨਹੀਂ ਹੁਣ ਮੁੜਦਾ ਕਿਸੇ ਤਰ੍ਹਾਂ। ਮਾਰੇ ਕਹਿੰਦੇ ਭਾਈ ਜਾਣ ਦਿਓ, ਫਿਰ ਆਪਾਂ ਆਪਣਾ ਫਰਜ਼ ਨਿਭਾਇਆ ਛੋਟੇ ਹੋਣ ਦਾ, ਉਹਨੇ ਵੱਡੇ ਹੋਣ ਦਾ ਫਰਜ਼ ਨਹੀਂ ਸਮਝਿਆ। ਸਤਿਗੁਰਾਂ ਦੇ ਦਰ ਘਰ ਦੇ ਵਿੱਚ ਪੈਦਾ ਹੋ ਕਰਕੇ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਨੂੰ ਨਹੀਂ ਜਾਣਿਆ। ਉਹਦੇ ਮੁਕੱਦਰ ਉਹਦੀ ਕਿਸਮਤ ਹੁਣ ਵੇਖੋ ਕਿਵੇਂ ਧੱਕੇ ਧੋੜੇ ਖਾਂਦਾ, ਸਵਾਹ ਛਾਣਦਾ। ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਆਖੇ। ਫਿਰ ਸਾਧ ਸੰਗਤ ਦੀ ਪ੍ਰਿਥੀ ਚੰਦ ਇੱਥੋਂ ਤੁਰਿਆ, ਸੁਲਹੀ ਨੂੰ ਨਾਲ ਲਿਆ ਤੇ ਇੱਥੇ ਦਿੱਲੀ ਜਾ ਕੇ ਫਿਰ ਜਹਾਂਗੀਰ ਨੂੰ ਮਿਲਿਆ ਸੀ। ਉਹਦੇ ਨਾਲ ਰਲ ਕੇ ਬਹਿ ਕਰਕੇ ਫਿਰ ਜਿਵੇਂ ਇਹ ਪ੍ਰਿਥੀ ਚੰਦ ਵਿਉਂਤਾਂ ਘਾੜਤਾਂ ਘਟਦਾ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਪ੍ਰਥਾਏ ਪ੍ਰਿਥੀ ਚੰਦ ਜਿਹੜੇ ਉਹ ਕੰਨ ਭਰਦਾ ਰਿਹਾ। ਪ੍ਰਿਥੀ ਚੰਦ ਦੀ ਫਿਰ ਕਿਉਂਕਿ ਰਾਜੇ ਲੋਕ ਹੁੰਦੇ ਦਖਲ, ਫਿਰ ਇਹਨਾਂ ਨੂੰ ਸੌਖਾ ਕੋਈ ਮਿਲ ਜਾਵੇ ਨਾ ਘਰ ਵਿੱਚੋਂ ਕੋਈ ਤੇ ਦਖਲ ਕਰਨਾ ਇਹਨਾਂ ਨੂੰ ਸੌਖਾ ਹੋ ਜਾਂਦਾ। ਜਿਹੜਾ ਇਹ ਪ੍ਰਿਥੀ ਚੰਦ ਹੈ ਇਸ ਨੂੰ ਸਾਧ ਸੰਗਤ ਜੀ ਜਹਾਂਗੀਰ ਨੇ ਫਿਰ ਇੱਕ ਪਿੰਡ ਦਿੱਤਾ ਸੀਗਾ, ਉੱਥੇ ਜਾ ਕੇ ਫਿਰ ਪ੍ਰਿਥੀ ਚੰਦ ਰਹਿਣ ਲੱਗਿਆ। ਉਹ ਸਾਰਾ ਬਿਰਤਾਂਤ ਅੱਗੇ ਆਵੇਗਾ। ਜਹਾਂਗੀਰ ਦੇ ਨਾਲ ਹੌਲੀ ਹੌਲੀ ਨੇੜੇ ਹੁੰਦਾ ਗਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੇ ਘਰ ਤੋਂ ਦੂਰ ਹੁੰਦਾ ਗਿਆ। ਉਹ ਸਾਰੀ ਵਾਰਤਾ ਅੱਗੇ ਜਿਵੇਂ ਆਉਂਦੀ ਆਪਾਂ ਸੁਣੀਏ ਜੀ। ਇੱਥੇ ਸਮਾਪਤੀ ਹੋਈਆਂ। ਭੁੱਲਾਂ ਦੀ ਖਿਮਾ, ਗਰੀਬ ਨਵਾਜ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਮ ਕਹਿ ਸ੍ਰੀ ਗੁਰ ਮੌਨ ਧਰ ਕਹਿਓ ਬਾਕ ਨਹਿ ਫੇਰ ਭਾਣਾ ਸ਼੍ਰੀ ਕਰਤਾਰ ਕੋ ਜਾਣਹਿ ਨੀਕੋ ਹੇਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੈ ਹੈ ਸੰਤ
ਤਹ ਕੈ ਸਦਾ ਸੰਗ ਨਿਧਾਰਾ। ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣ ਹਸ ਸਿੰਘ ਸਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।